बेटी ਲਈ ਇੱਕੋ ਹੀ ਇਹ ਰੁਝੇਵਾਂ ਛੱਡ ਦਿੰਦੇ ਆ ਕਿ ਤੂੰ ਇੰਨਾ ਪੜ੍ਹਨਾ ਹੈ, ਇਸ ਤਰ੍ਹਾਂ ਦੀ ਤਹਿਜ਼ੀਬ ਇਹ ਸਿੱਖਣਾ ਹੈ, ਇਸ ਤਰ੍ਹਾਂ ਡਾਉਰੀ ਤੇਰੇ ਲਈ ਇੰਨੀ ਹੋ ਜਾਏਗੀ, ਏਦਾਂ ਵਧੀਆ ਘਰ ਮਿਲੇਗਾ। ਯਾਨੀ ਉਹਦੀ ਸੋਚ ਅਸੀਂ ਸੀਮਤ ਕਰ ਦਿੰਦੇ ਆ ਕਿ ਤੇਰਾ ਜਨਮ ਹੀ ਸਿਰਫ ਵਿਆਹ ਹੋਣ ਤੱਕ ਲਈ ਹੈ, ਤੂੰ ਵਿਆਹ ਕਿਵੇਂ ਚੰਗੇ ਘਰ ਵਿੱਚ ਜਾਣਾ ਹੈ। PGI ਚੰਡੀਗੜ੍ਹ ਦੀਆਂ ਵੀ ਰਿਪੋਰਟਾਂ ਨੇ, ਆਲ ਇੰਡੀਆ ਇੰਸਟੀਚਿਊਟ ਦਿੱਲੀ ਦੀਆਂ ਵੀ ਰਿਪੋਰਟਾਂ ਨੇ, ਤੇ ਹਾਲਾਤ ਇਹ ਨੇ ਸੱਚ ਦੱਸਾਂ ਕਿ ਇਸ ਵੇਲੇ 6-13 ਵਰਿਆਂ ਦੇ ਬੱਚੇ ਜਿਨ੍ਹਾਂ ਵਿੱਚ ਬਾਲੜੀਆਂ ਵੱਧ ਗਿਣਤੀ 'ਚ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ। ਤੇ ਕੈਨੇਡੀਅਨ ਮੈਂਟਲ ਹੈਲਥ ਨੇ ਤਾਂ ਕਹਿ ਦਿੱਤਾ ਕਿ 70% ਐਂਟੀ ਡਿਪਰੈਸੈਂਟ ਜਿਹੜੀਆਂ ਪ੍ਰਿਸਕ੍ਰਿਪਸ਼ਨਸ ਦਿੱਤੀਆਂ ਜਾ ਰਹੀਆਂ ਨੇ ਇਸ ਵੇਲੇ, ਉਹ ਬੇਟੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਧੀ ਦੀ ਸਭ ਤੋਂ ਵਧੀਆ ਤੇ ਨਿੱਘੀ ਦੋਸਤ ਮਾਂ ਹੀ ਹੁੰਦੀ ਹੈ। ਬੇਟੀ ਦੀ ਫਰੋਕ ਇੰਨੀ ਹੋਣੀ ਚਾਹੀਦੀ ਹੈ, ਇਸ ਬੇਟੀ ਨੇ ਇਸ ਤਰ੍ਹਾਂ ਹੱਸਣਾ, ਇਹਨੇ ਇਸ ਤਰ੍ਹਾਂ ਬੈਠਣਾ, ਤੇ ਉੱਥੇ ਹੀ ਬਸ ਨਹੀਂ ਹੁੰਦਾ। ਸਾਡਾ ਸਮਾਜ ਜਿਸ ਤਰੀਕੇ ਸੋਸ਼ਲ ਮੀਡੀਆ ਤੇ ਸਾਡੀਆਂ ਬੇਟੀਆਂ ਨੂੰ ਭੰਡਦਾ ਜੇ, ਉਹ ਕਿਸੇ ਤੋਂ ਲੁਕਿਆ ਨਹੀਂ। ਯੂਨਾਈਟਿਡ ਨੇਸ਼ਨਸ ਵਰਗੀ ਸੰਸਥਾ ਵੀ ਕਵੇ ਕਿ ਬੱਚੇ, ਖਾਸ ਤੌਰ ਤੇ ਬੇਟੀਆਂ ਜੋ ਸਿਵੀਅਰ ਡਿਪਰੈਸ਼ਨ ਜੂਝਦੀਆਂ, ਹੁਣ ਆਤਮ ਹੱਤਿਆ ਕਰਨ ਤੱਕ ਮਜਬੂਰ ਹੋ ਰਹੀਆਂ ਨੇ, ਭਾਈ ਜਾਗੋ, ਇਸ ਸਮਾਜ ਨੂੰ ਬਹੁਤ ਕੁਝ ਸੋਚਣ ਦੀ ਲੋੜ ਏ। ਪਹਿਲੀ ਹੋਈ ਧੀ ਜੰਮੀ ਹੋਵੇ, ਭਾਵੇਂ 19 ਵਰਿਆਂ ਦੀ ਬਾਲੜੀ ਹੋਈ ਕਿਉਂ ਨਾ ਆਪ ਹੋਵੇ, ਕਿ ਤੂੰ ਧੀ ਜੰਮ ਦਿੱਤੀ ਏ ਤੇ ਫਿਰ ਜੀਣ ਦਾ ਹੱਕ ਹੀ ਨਹੀਂ, ਤੇ ਉਹ ਖੁਦਕੁਸ਼ੀ ਕਰਨ ਤੱਕ ਤੁਰ ਜਾਵੇ ਕਿ ਮੈਂ ਕੁੱਖੋਂ ਧੀ ਜੰਮ ਦਿੱਤੀ। ਕਿਹੋ ਜਿਹਾ ਸਮਾਜ ਅਸੀਂ ਸਿਰਜਿਆ ਕਿ ਜਦੋਂ ਡੋਮੈਸਟਿਕ ਵਾਇਲੈਂਸ ਦੇ ਜਿੰਨੇ ਅੰਕੜੇ ਇਕੱਠੇ ਕੀਤੇ, 9:1 ਲੱਭਿਆ ਗਿਆ ਕਿ ਜਿੱਥੇ ਇੱਕ ਮਰਦ ਤੇ 9 ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਸਨ। ਪਰ ਇਹਨਾਂ ਬੇਟੀਆਂ ਦਾ ਜਿਸ ਤਰੀਕੇ ਅਸੀਂ ਡਿਪੈਂਡੈਂਟ ਉਹਨਾਂ ਨੂੰ ਬਣਾ ਰਹੇ ਹਾਂ, ਇਹ ਬਹੁਤ ਬਹੁਤ ਗਲਤ ਰਾਹ ਅਪਣਾ ਰਹੇ ਹਾਂ, ਕਿਉਂਕਿ ਸਮਾਜ ਬਦਲ ਰਿਹਾ ਹੈ ਤੇ ਸਾਨੂੰ ਉਹਦੇ ਨਾਲ ਬਦਲਣਾ ਹੀ ਪੈਣਾ। ਔਰਤ ਤੇ ਕੀ ਬੀਤਦੀ ਹੈ ਕੌਣ ਸਮਝਦਾ? ਉਹਨੂੰ ਤਾਂ ਸਿਰਫ ਇੱਕ ਜਿਸਮ ਮੰਨਿਆ ਜਾਂਦਾ ਜੇ ਕਿ ਇਹਦਾ ਕੰਮ ਹੈ ਬੱਚੇ ਜੰਮਣਾ, ਸਾਡੇ ਸਿਰਫ ਨਾਮ ਲੇਵੇ ਲਈ ਪੈਦਾ ਅੱਗੋਂ ਕਰਨ ਵਾਸਤੇ ਹੀ ਹੈ। ਉਹਦੀ ਮਾਨਸਿਕ ਦਸ਼ਾ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾ। ਜਿੰਨੀਆਂ ਵੀ ਇਹ ਨੌਜਵਾਨ ਬੇਟੀਆਂ ਖੁਦਕੁਸ਼ੀਆਂ ਵੱਲ ਜਾ ਰਹੀਆਂ ਨੇ, ਹਰ 5 ਚੋਂ ਇੱਕ ਬੇਟੀ ਆਪਣੇ ਘਰ ਵਿੱਚ ਆਪਣੇ ਪਿਓ, ਚਾਚੇ, ਤਾਏ, ਭਰਾ ਕਿਸੇ ਦੇ ਵੀ ਹੱਥੋਂ ਸਰੀਰਕ ਸ਼ੋਸ਼ਣ ਬਚਪਨ ਵਿੱਚ ਸਹਿ ਚੁੱਕੀ ਹੁੰਦੀ ਜੇ। ਆਖਰ ਕਿਹੜੇ ਸਮਾਜ ਨੂੰ ਅਸੀਂ ਨੰਗਾ ਕਰਨ ਤੋਂ ਡਰਦੇ ਹਾਂ? ਇਹ ਤੇ ਹੈ ਹੀ ਆਦਮਖੋਰਾਂ ਨਾਲ ਭਰਿਆ ਹੋਇਆ, ਸਿਰਫ ਮੂੰਹ ਦੇ ਉੱਤੇ ਮੁਖੌਟਾ ਹੀ ਇਨਸਾਨੀਅਤ ਦਾ ਚਾੜਿਆ ਹੋਇਆ। ਬਹੁਤ ਗਲਤ ਸੁਨੇਹੇ ਸਾਡੇ ਸਮਾਜ ਵਿੱਚ ਬੇਟੀਆਂ ਤੱਕ ਪਹੁੰਚਾਏ ਜਾ ਰਹੇ ਨੇ, ਜਿਨ੍ਹਾਂ ਨੂੰ ਸਹੀ ਰਾਹ ਦੇਣ ਲਈ ਸਭ ਤੋਂ ਪਹਿਲਾ ਰੋਲ ਘਰ ਦੇ ਵਿੱਚ ਮਾਂ ਦਾ ਹੁੰਦਾ ਜੇ। ਮਾਵਾਂ ਨੂੰ ਜਾਗਣਾ ਪੈਣਾ ਜੇ, ਫਿਰ ਆਪਾਂ ਗੱਲ ਸਮਾਜਿਕ ਪਾਸੇ ਨੂੰ ਤੋਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਰਾਜਸੀ ਮਾਮਲਿਆਂ ਬਾਰੇ, ਗੱਲਬਾਤ ਕਰਦੇ ਹਾਂ ਧਾਰਮਿਕ ਮਸਲਿਆਂ ਬਾਰੇ, ਤੇ ਨਾਲ ਗੱਲਬਾਤ ਹੁੰਦੀ ਹੈ ਸਮਾਜ ਦੇ ਵਿੱਚ ਚੱਲ ਰਹੇ ਕੁਝ ਐਸੀਆਂ ਗੱਲਾਂ ਜੋ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ, ਤੇ ਨਾਲ ਗੱਲਬਾਤ ਹੁੰਦੀ ਹੈ ਬਿਮਾਰੀਆਂ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ, ਕਿਵੇਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸੋ ਸਾਰੀਆਂ ਹੀ ਗੱਲਾਂ ਤੇ ਗੱਲਬਾਤ ਕਰਨ ਦੇ ਲਈ, ਵਿਚਾਰ ਚਰਚਾ ਦੇ ਲਈ ਅਕਸਰ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਜਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ। ਪਹਿਲਾਂ ਤਾਂ ਧੰਨਵਾਦ ਸਾਰੀ ਟੀਮ ਦਾ ਕਿ ਤੁਸੀਂ ਬੜੇ ਸਮੇਂ ਤੋਂ ਮੈਨੂੰ ਝੱਲ ਰਹੇ ਹੋ ਤੇ ਫਿਰ ਬਹੁਤ ਧੰਨਵਾਦ ਕਿ ਆਪਾਂ ਲੋਕਾਂ ਨੂੰ ਤੁਸੀਂ ਮੇਰੇ ਨਾਲ ਰੂਬਰੂ ਕਰਵਾ ਦਿੰਦੇ ਹੋ। ਤੇ ਅੱਜ ਦਾ ਮੁੱਦਾ ਸੱਚੀ ਮੁੱਚੀ ਬਹੁਤ ਹੀ ਗੰਭੀਰ ਹੈ। ਮੈਨੂੰ ਲੱਗਦਾ ਕੋਈ ਵਿਰਲਾ ਹੀ ਘਰ ਹੋਣਾ ਜਿਹਦੇ ਉੱਤੇ ਇਸ ਚੀਜ਼ ਦਾ ਅਸਰ ਨਾ ਪਵੇ, ਤੇ ਮੈਂ ਤੇ ਬਿਲਕੁਲ ਨਹੀਂ ਜ਼ਿਕਰ ਕਰਾਂਗੀ ਕੀ ਟੌਪਿਕ ਹੈ, ਤੁਸੀਂ ਹੀ ਕਰੋਗੇ ਕਿਉਂਕਿ ਮੈਂ ਤੇ ਕਹਾਣੀ ਤੋਂ ਗੱਲ ਸ਼ੁਰੂ ਕਰਨੀ ਹੈ। ਪਰ ਟੌਪਿਕ ਜਾਂ ਸਾਡਾ ਮੁੱਦਾ ਅੱਜ ਵਾਕਈ ਕੁਝ ਬਹੁਤ ਸੀਰੀਅਸ ਹੈ ਤੇ ਬਹੁਤ ਕੁਝ ਸੋਚਣ ਤੇ ਮਜਬੂਰ ਵੀ ਕਰੇਗਾ। ਜੀ ਜੀ ਬਿਲਕੁਲ ਮੈਮ। ਤਾਂ ਆਪਾਂ ਦਰਸ਼ਕਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਦੱਸ ਦਈਏ ਕਿ
ਹਰ ਅਖਬਾਰ ਦੀ ਸੁਰਖੀ, ਜਦੋਂ ਅਸੀਂ ਅਖਬਾਰਾਂ ਨੂੰ ਫਰੋਲਦੇ ਹਾਂ ਜਾਂ ਅਸੀਂ ਸੋਸ਼ਲ ਮੀਡੀਆ ਤੇ ਜਾਂਦੇ ਹਾਂ ਜਾਂ ਕਿਸੇ ਟੈਲੀਵਿਜ਼ਨ ਨੂੰ ਵੇਖਦੇ ਹਾਂ ਤਾਂ ਉੱਥੇ ਕੋਈ ਨਾ ਕੋਈ ਖਬਰ ਅਜਿਹੀ ਜ਼ਰੂਰ ਮਿਲ ਜਾਂਦੀ ਹੈ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 15 ਤੋਂ 17 ਸਾਲ ਦੀ ਲੜਕੀ ਵੱਲੋਂ ਖੁਦਕੁਸ਼ੀ ਜਾਂ ਡਿਪਰੈਸ਼ਨ ਦੇ ਵਿੱਚ ਚਲੇ ਜਾਣਾ, ਜਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਅਸੀਂ ਲੋਕ ਚਿੰਤਿਤ ਹੋ ਜਾਂਦੇ ਹਾਂ ਕਿ ਆਖਿਰਕਾਰ ਬੱਚਿਆਂ ਦਾ ਰੁਝਾਨ ਇਹਨਾਂ ਚੀਜ਼ਾਂ ਵੱਲ ਕਿਉਂ ਵੱਧ ਗਿਆ, ਕੀ ਕਾਰਨ ਨੇ। ਸੋ ਉਹਨਾਂ ਸਾਰੇ ਹੀ ਕਾਰਨਾਂ ਦਾ ਪਰਦਾਫਾਸ਼ ਕਰਨ ਦੇ ਲਈ, ਮਾਪਿਆਂ ਨੂੰ ਸਮਝਾਉਣ ਦੇ ਲਈ, ਬੱਚਿਆਂ ਨੂੰ ਸਹੀ ਸੇਧ ਦੇਣ ਦੇ ਲਈ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ। ਪਰ ਉਸ ਤੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਮੈਮ ਤੋਂ ਅਕਸਰ ਇੱਕ ਕਹਾਣੀ ਸੁਣਦੇ ਹੁੰਦੇ ਹਾਂ, ਉਹ ਕਹਾਣੀ ਜਿਸ ਦੇ ਨਾਲ ਸਾਨੂੰ ਸਾਰਿਆਂ ਨੂੰ ਇੱਕ ਵਧੀਆ ਸੇਧ ਮਿਲ ਸਕੇ, ਉਸ ਕਹਾਣੀ 'ਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁੰਦਾ। ਤਾਂ ਮੈਮ ਤੁਸੀਂ ਅੱਜ ਦਰਸ਼ਕਾਂ ਦੇ ਲਈ ਤੇ ਮੇਰੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਅੱਜ ਤਾਂ ਨਵਦੀਪ ਜੀ ਪਾਤਰ ਤੁਸੀਂ ਤੇ ਮੈਂ ਹੀ ਆ। ਗੱਲ ਇੰਝ ਸੀ ਜੀ ਕਿ ਤੁਸੀਂ ਤੇ ਮੈਂ ਦੋਨੋਂ ਅਸੀਂ ਜੋਗਿੰਗ ਲਈ ਨਿਕਲੇ। ਤੁਸੀਂ ਆਪਣੀ ਨਾਰਮਲ ਪੇਸ ਤੇ ਜੋਗਿੰਗ ਜਾ ਰਹੇ ਹੋ, ਬਹੁਤ ਖੂਬਸੂਰਤ ਕੰਨ ਨੂੰ ਦੀ ਲਾਏ ਨੇ, ਆਪਣਾ 뮤직 ਸੁਣ ਰਹੇ ਹੋ ਜੀ, ਤੇ ਮੈਂ ਪਿੱਛੋਂ ਆਪਣੀ ਜੋਗਿੰਗ ਕਰਦੀ ਆਈ ਨੇ ਤੇ ਤੁਸੀਂ ਮੇਰੇ ਤੋਂ ਥੋੜਾ ਜਿਹਾ ਅਗਾਂਹ ਲੰਘ ਗਏ ਜੀ ਮੈਮ। ਹੁਣ ਮੈਨੂੰ ਇਸ ਚੀਜ਼ ਦਾ ਬੜਾ ਮਾੜਾ ਮਹਿਸੂਸ ਹੋਇਆ ਕਿ ਹੱਦ ਹੋ ਗਈ, ਜੋਗਿੰਗ ਹੀ ਉਹ ਕਰ ਰਹੇ ਤੇ ਜੋਗਿੰਗ ਹੀ ਮੈਂ ਕਰ ਰਹੀ ਹਾਂ, ਇਹ ਕੀ ਹੋਇਆ ਭਲਾ, ਮੇਰੇ ਤੋਂ ਅਗਾਂਹ ਕਿਵੇਂ ਲੰਘ ਗਏ? ਤੁਹਾਨੂੰ ਇਸ ਵੀ ਨਹੀਂ ਕਿ ਮੈਂ ਨਾਲ ਕਿਤੇ ਦੌੜ ਵੀ ਕੋਈ ਨਾਲ ਰਿਹਾ, ਕਿਉਂਕਿ ਤੁਸੀਂ ਤਾਂ ਆਪਣੇ ਮਧੁਰ ਸੰਗੀਤ ਚ ਮਸਤ ਹੋ ਜੋ ਕੰਨਾਂ ਚ ਗੂੰਜ ਰਿਹਾ ਤੇ ਆਲਾ ਦੁਆਲਾ ਤੁਸੀਂ ਵੇਖਦੇ ਮਜ਼ੇ ਨਾਲ ਆਪਣਾ ਦੌੜ ਰਹੇ ਹੋ ਆਪਣੀ ਪੇਸ ਤੇ। ਪਰ ਮੈਨੂੰ ਸਾੜਾ ਲੱਗਿਆ ਕਿ ਕਮਾਲ ਹੈ ਬਈ, ਨਵਦੀਪ ਮੇਰੇ ਤੋਂ ਅੱਗੇ, ਮੈਂ ਦੌੜ ਕੇ ਅਗਾਂਹ ਲੰਘਦੀ ਆ। ਸੋ ਮੈਂ ਆਪਣੀ ਤੇਜ਼ੀ ਨਾਲ ਸਪੀਡ ਵਧਾਈ ਤੇ ਮੈਂ ਜਿੰਨੀ ਤੇਜ਼ ਹੋ ਸਕਦੀ ਸੀ ਦੌੜ ਕੇ ਜੋਗਿੰਗ ਛੱਡ ਕੇ, ਯਾਨੀ ਕਿ ਰੇਸ ਲਾ ਲਈ ਕਿ ਨਵਦੀਪ ਤੋਂ ਅੱਜ ਅੱਗੇ ਲੰਘਣਾ ਹੀ ਲੰਘਣਾ। ਤਾਂ ਨਤੀਜਾ ਪਤਾ ਜੇ ਕੀ ਹੋਇਆ, ਲੰਘ ਤਾਂ ਮੈਂ ਗਈ ਪਰ ਪਹੁੰਚ ਕੇ ਦੇਖਿਆ ਸਾਹੋ ਸਾਹ ਹੋਈ ਮੈਂ ਕਿ ਜੋਗਿੰਗ ਕਰਨੀ ਸੀ, ਕਸਰਤ ਕਰਨੀ ਸੀ, ਪਰ ਇਹ ਤਾਂ ਲੋੜੋਂ ਵੱਧ ਥਕੇਵਾਂ ਹੋ ਗਿਆ। ਪਹੁੰਚ ਕੇ ਪਤਾ ਇਹ ਲੱਗਿਆ ਕਿ ਮੈਂ ਜਿਸ ਥਾਂ ਤੇ ਪਹੁੰਚਣਾ ਸੀ ਘਰ ਤੋਂ, ਉਹਦੇ ਤੋਂ ਖਰੇ 3-4 ਕਿਲੋਮੀਟਰ ਅਗਾਂਹ ਚੁੱਕੀ ਆਂ, ਸਿਰਫ ਇਸ ਚੱਕਰ ਵਿੱਚ ਕਿ ਮੈਂ ਦੌੜ ਕੇ ਅਗਾਂਹ ਲੰਘਣਾ। ਹੁਣ ਉਸ ਦੌੜ ਵਿੱਚ ਕਿਤੇ ਤੁਸੀਂ ਸ਼ਾਮਲ ਵੀ ਸੀ, ਤੁਹਾਨੂੰ ਪਤਾ ਹੀ ਨਹੀਂ, ਕਿਉਂਕਿ ਤੁਸੀਂ ਤਾਂ ਆਪਣੀ ਜੋਗਿੰਗ ਕੀਤੀ, ਮੁਕਾਈ, ਆਪਣੇ ਘਰ ਗਏ। ਪਰ ਮੈਂ ਕਿਉਂਕਿ ਇੱਕ ਰੇਸ ਆਪਣੇ ਆਪ ਹੀ ਵਿੱਢ ਲਈ ਸੀ ਕਿ ਅਗਾਂਹ ਲੰਘਣਾ, ਤੇ ਉਹ ਵੀ ਉੱਥੋਂ ਵਾਪਸ ਕਿਸ ਤਰੀਕੇ ਥੱਕ ਚੂਰ ਹੋ ਕੇ ਜਦੋਂ ਵਾਪਸ ਘਰ ਪਰਤੇ, ਉਹਦੇ ਚ ਮੈਂ ਕੀ ਖੱਟਿਆ। ਯਾਨੀ ਮੈਂ ਇਸ ਗੱਲ ਚੋਂ ਸਿਰਫ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਸਾਡੇ ਬਹੁਤ ਸਾਰੇ ਇਸ ਵੇਲੇ ਜਿੰਨੇ ਵੀ ਕੰਮਾਂ ਕਾਰਾਂ ਚ ਲੱਗੇ ਨੇ, ਅਸੀਂ ਕਿਸੇ ਨੂੰ ਵੀ ਰੱਤਾ ਜਾਂ ਅਗਾਂਹ ਲੰਘਦੇ ਵੇਖ ਕੇ ਆਪਣੇ ਆਪ ਹੀ ਇੱਕ ਰੇਸ ਸ਼ੁਰੂ ਕਰ ਲੈਂਦੇ ਹਾਂ ਜੀ ਕਿ ਮੈਂ ਇਸ ਰੇਸ ਉਸ ਤੋਂ ਅਗਾਂਹ ਲੰਘਣਾ। ਉਸ ਲੰਘਣ ਦੇ ਵਿੱਚ ਜਿਹੜੀ ਸਾਡੀ ਮੰਜ਼ਿਲ ਹੈ ਉਹ ਕਿਤੇ ਪਰਾਂ ਰਹਿ ਜਾਂਦੀ। ਅਸੀਂ ਤਾਂ ਕਿਸੇ ਹੋਰ ਹੀ ਤਰ੍ਹਾਂ ਦੀ ਰੇਸ ਵਿੱਚ ਸ਼ਾਮਲ ਹੋ ਕੇ ਕੁਝ ਪਲਾਂ ਦੀ ਖੁਸ਼ੀ ਵਾਸਤੇ ਜੋ ਹਾਸਲ ਸਾਨੂੰ ਲੱਗਦਾ ਅਸੀਂ ਕਰ ਲਿਆ, ਉਹਦੇ ਵਿੱਚ ਗਵਾਇਆ ਕੀ ਸਾਨੂੰ ਇਹ ਨਹੀਂ ਪਤਾ। ਅਸੀਂ ਉਹ ਸਮਾਂ ਜਿਹੜਾ ਸੀਮਤ ਹੈ, ਜ਼ਿੰਦਗੀ ਉਸ ਤੋਂ ਲੰਬੀ ਹੋਣੀ ਨਹੀਂ, ਅਸੀਂ ਉਹ ਸਮਾਂ ਗਵਾ ਲਿਆ। ਤੇ ਫਿਰ ਤੁਹਾਨੂੰ ਕੋਈ ਫਰਕ ਪਿਆ? ਤੁਹਾਨੂੰ ਤਾਂ ਪਤਾ ਹੀ ਨਹੀਂ, ਤੁਸੀਂ ਤੇ ਆਪਣੀ ਕਸਰਤ ਕੀਤੀ, ਘਰ ਗਏ, ਸਾਰਾ ਜੋ ਵੀ ਕੁਝ ਵਾਪਰਿਆ ਮੇਰੇ ਹੀ ਗੋਡਿਆਂ ਨੇ ਝੱਲਿਆ, ਮੇਰੇ ਹੀ ਦਿਮਾਗ ਨੇ ਝੱਲਿਆ, ਸਾੜਾ ਮੈਂ ਹੀ ਝੱਲਿਆ ਤੇ ਵਾਪਸ ਥੱਕ ਚੂਰ ਹੋ ਕੇ ਵੀ ਘਰ ਮੈਂ ਹੀ ਗਈ। ਤੇ ਉਹਦੇ ਨਾਲ ਦੁਨੀਆ ਦੇ ਕੀ ਕਿਸੇ ਹਿੱਸੇ ਦੇ ਕਿਸੇ ਬੰਦੇ ਨੂੰ ਕੋਈ ਫਰਕ ਪਿਆ? ਜੇ ਸਾਨੂੰ ਇੰਨੀ ਕੀ ਗੱਲ ਸਮਝ ਆ ਜਾਏ ਜੀ ਕਿ ਕਿਸੇ ਕੋਲ ਵੱਡੀ ਕਾਰ, ਕਿਸੇ ਕੋਲ ਵੱਡਾ ਘਰ, ਕਿਸੇ ਦੀ ਬੇਟੀ PhD ਕਰ ਗਈ, ਕਿਸੇ ਦੀ ਬੇਟੀ ਚੰਗੇ ਘਰ ਵਿਆਹੀ ਗਈ, ਕਿਸੇ ਕੋਲ ਪੈਸਾ ਵੱਧ, ਤੇ ਅਸੀਂ ਉਸ ਰੇਸ ਵਿੱਚ ਸ਼ਾਮਲ ਹੋ ਕੇ ਆਪਣੀ ਖੁਸ਼ੀ ਖਤਮ ਕਰ ਲੈਂਦੇ ਹਾਂ, ਆਪਣਾ ਬਹੁਤ ਜ਼ਿਆਦਾ ਕੀਮਤੀ ਸਮਾਂ ਜ਼ਾਇਆ ਕਰ ਲੈਂਦੇ ਹਾਂ ਜੀ। ਪਰ ਜਿਸ ਰੇਸ ਵਿੱਚ ਅਸੀਂ ਸ਼ਾਮਲ ਹੋ ਜਾਂਦੇ ਹਾਂ, ਉਹਦੇ ਲਈ ਨਾ ਸਾਨੂੰ ਕਿਤੋਂ ਵਾਹਵਾਹੀ ਮਿਲਣੀ ਹੁੰਦੀ ਹੈ ਤੇ ਨਾ ਹੀ ਉਹਦੇ ਵਿੱਚੋਂ ਸਾਨੂੰ ਕੁਝ ਹਾਸਲ ਹੁੰਦਾ। ਅਸੀਂ ਗਵਾਉਂਦੇ ਹੀ ਹਾਂ ਆਪਣੀ ਸ਼ਾਂਤੀ, ਮਨ ਦੀ ਸ਼ਾਂਤੀ, ਆਪਣੇ ਬੱਚਿਆਂ ਨਾਲ ਬਿਤਾਇਆ ਸਮਾਂ, ਆਪਣੇ ਸ਼ਾਇਦ ਹੋਰ ਕਿਸੇ ਉਸਾਰੂ ਕੰਮ ਲਈ ਜੋ ਵਰਤ ਸਕਦੇ ਸਾਂ ਉਹ ਸਮਾਂ ਵੀ ਗਵਾਉਣਾ। ਯਾਨੀ ਸਾਰਾ ਕੁਝ ਖਤਮ ਕੀਤਾ ਇੱਕ ਬੇਲੋੜੀ ਰੇਸ ਪਿੱਛੇ ਕਿ ਉਹ ਮੇਰੇ ਤੋਂ ਅਗਾਂਹ ਕਿਉਂ।
ਸੋ ਇਹੋ ਜੇ ਅਸਲ ਜੇ ਮੈਂ ਗੱਲ ਆਪਾਂ ਜੋ ਅੱਜ ਸ਼ੁਰੂ ਕਰਨੀ ਹੈ ਕਿ ਸਾਡੀਆਂ ਨੌਜਵਾਨ ਬੇਟੀਆਂ ਜੀ ਜੋ 15 ਤੋਂ 19 ਵਰੇ, ਜਿੱਥੇ ਉਹ ਫੁੱਲ ਦੇ ਖਿੜਨ ਦੀ ਉਮਰ ਜੇ, ਜਿੱਥੇ ਉਹਨਾਂ ਨੇ ਬਹੁਤ ਕੁਝ ਜ਼ਿੰਦਗੀ ਦਾ ਹੁਣ ਨਵਾਂ ਵੇਖ ਕੇ ਆਪਣਾ ਰੋਲ ਅਦਾ ਕਰਨ ਲਈ ਅਜੇ ਖੰਭ ਖਿਲਾਰਨੇ ਹੁੰਦੇ ਨੇ, ਉਸ ਉਮਰ ਵਿੱਚ ਕਿਉਂ ਸਾਡੀਆਂ ਬੇਟੀਆਂ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੇ ਮਜਬੂਰ ਹੋ ਰਹੀਆਂ ਨੇ? ਜੀ ਕਿ ਮਾਪੇ ਕਿਸੇ ਰੇਸ ਵਿੱਚ ਸ਼ਾਮਲ ਤਾਂ ਨਹੀਂ? ਕਿ ਮਾਂ ਆਪਣੀਆਂ ਕਿੱਟੀ ਪਾਰਟੀਆਂ ਵਿੱਚ ਤਾਂ ਬਿਜ਼ੀ ਨਹੀਂ? ਜਾਂ ਆਪਣੇ ਰੁਝੇਵਿਆਂ ਵਿੱਚ ਕਿਤੇ ਉਹ ਭੁੱਲ ਹੀ ਗਈ ਹੋਵੇ ਕਿ ਮੈਂ ਧੀ ਦੀਆਂ ਕੁਝ ਗੁੰਝਲਾਂ ਸੁਲਝਾਉਣੀਆਂ ਨੇ, ਕਿ ਧੀ ਦੀ ਸਭ ਤੋਂ ਵਧੀਆ ਤੇ ਨਿੱਘੀ ਦੋਸਤ ਮਾਂ ਹੀ ਹੁੰਦੀ ਹੈ। ਅਸੀਂ ਸ਼ਾਇਦ ਇਹ ਸਭ ਕੁਝ ਛੱਡ ਦਿੱਤਾ ਤੇ ਇਸੇ ਵਿੱਚ ਪੁੱਤਰ ਨੂੰ ਅਸੀਂ ਬਹੁਤ ਸਾਰੇ ਦੇ ਦਿੰਨੇ ਆ ਕੰਮ, ਉਹਦੇ ਤੇ ਬਹੁਤੀਆਂ ਜ਼ਿੰਮੇਵਾਰੀਆਂ ਪਾ ਦਿੰਨੇ ਆ, ਉਹਨੂੰ ਬਿਜ਼ੀ ਕਰ ਦਿੱਤਾ। ਪਰ ਕੁੜੀ ਲਈ ਅਸੀਂ ਸ਼ਾਇਦ ਬੇਟੀ ਲਈ ਇੱਕੋ ਹੀ ਰੁਝੇਵਾਂ ਛੱਡ ਦਿੰਨੇ ਆ ਕਿ ਤੂੰ ਇੰਨਾ ਪੜ੍ਹਨਾ, ਇਸ ਤਰ੍ਹਾਂ ਦੀ ਤਹਿਜ਼ੀਬ ਇਹ ਸਿੱਖਣਾ, ਇਸ ਤਰ੍ਹਾਂ ਡਾਉਰੀ ਤੇਰੇ ਲਈ ਇੰਨੀ ਹੋ ਜਾਏਗੀ, ਏਦਾਂ ਵਧੀਆ ਘਰ ਮਿਲੇਗਾ। ਯਾਨੀ ਉਹਦੀ ਸੋਚ ਅਸੀਂ ਸੀਮਤ ਕਰ ਦਿੰਨੇ ਆ ਕਿ ਤੇਰਾ ਜਨਮ ਹੀ ਸਿਰਫ ਵਿਆਹ ਹੋਣ ਤੱਕ ਲਈ ਹੈ, ਤੂੰ ਵਿਆਹ ਕਿਵੇਂ ਚੰਗੇ ਘਰ ਵਿੱਚ ਜਾਣਾ ਤੇ ਫਿਰ ਉਹਦੇ ਵਾਸਤੇ ਸਾਰੇ ਘਰ ਦੀ ਇੱਜ਼ਤ ਤੇਰੇ ਹੀ ਸਿਰ ਤੇ ਧਰੀਏ, ਤੂੰ ਹੀ ਸਾਰੇ ਦੇ ਸਾਰੇ ਜਿੰਨੇ ਵੀ ਹਰ ਪਾਸਿਓਂ ਯਾਨੀ ਉਹਦੇ ਤੇ ਅਸੀਂ ਜੰਗਲੇ ਕੱਸ ਸਕਦੇ ਆ, ਕੱਸ ਦਿੰਨੇ ਆ ਕਿ ਤੂੰ ਭਾਈ ਹੱਸਣਾ ਵੀ ਇੰਝ ਹੈ, ਤੂੰ ਬੈਠਣਾ ਵੀ ਇੰਝ ਹੈ, ਨਿਕਲਣਾ ਵੀ ਇੰਨੇ ਵਜੇ ਤੱਕ ਹੈ, ਦੋਸਤ ਵੀ ਏਦਾਂ ਦੇ ਹੋਣੇ ਚਾਹੀਦੇ ਨੇ, ਸਮਾਜ ਕੀ ਕਹੇਗਾ ਜੇ ਹੋਰ ਤੂੰ ਕੁਛ ਕਰ ਦਿੱਤਾ। ਸੋ ਇਹ ਸਾਰੀਆਂ ਬੰਦਸ਼ਾਂ ਵਿੱਚ ਬੰਨੀ ਬੇਟੀ ਜਦੋਂ ਮਾੜੀ ਜਿਹੀ ਸੱਟ ਵੀ ਕਿਤੇ ਖਾਂਦੀ ਹੈ ਨਾ, ਉਹਦੇ ਕੋਲੋਂ ਝੱਲੀ ਨਹੀਂ ਜਾਂਦੀ, ਉਹ ਜ਼ਿੰਦਗੀ ਨੂੰ ਹੀ ਅਲਵਿਦਾ ਕਹਿ ਜਾਂਦੀ ਜੇ। ਇਹ ਅੰਕੜੇ ਬਹੁਤ ਡਰਾਉਣੇ ਜੇ। ਸਨ 2021 ਦੇ ਅੰਕੜੇ ਸੀ ਜਿੱਥੇ 45,000 ਤੋਂ ਵੱਧ ਸਾਡੀਆਂ ਭਾਰਤੀ ਔਰਤਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚ ਨੌਜਵਾਨ ਬੇਟੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਕੁਝ ਬਚ ਵੀ ਗਈਆਂ, ਜਿਨ੍ਹਾਂ ਵਿੱਚ ਆਪਣੀ ਵੀਣੀ ਕੱਟ ਲੈਣੀ, ਗੋਲੀਆਂ ਖਾ ਲੈਣੀਆਂ, ਨਹਿਰਾਂ ਵਿੱਚ ਛਾਲਾਂ ਮਾਰਨੀਆਂ, ਕੋਠਿਆਂ ਤੋਂ ਛਾਲਾਂ ਮਾਰਨੀਆਂ, ਬਹੁਤ ਕੁਛ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਚੁੱਕਿਆ ਗਿਆ ਤੇ ਫਿਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜਿਹੜੀਆਂ ਏਸ਼ੀਅਨ ਬੇਟੀਆਂ ਨੇ, ਭਾਵੇਂ ਉਹ ਵਤਨੋਂ ਪਾਰ ਵੀ ਗਈਆਂ ਨੇ ਤੇ ਭਾਵੇਂ ਉਹ ਭਾਰਤ ਵਿੱਚ ਨੇ, ਉਹਨਾਂ ਚੋਂ ਭਾਰੀ ਗਿਣਤੀ ਨੇ ਜਿਹੜੀਆਂ ਡਿਪਰੈਸ਼ਨ ਦੇ ਨਾਲ ਜੂਝ ਰਹੀਆਂ ਨੇ, ਜਿਨ੍ਹਾਂ ਵਿੱਚ ਅਮਰੀਕਨ ਫਾਊਂਡੇਸ਼ਨ ਆਫ ਸੁਸਾਈਡ ਪ੍ਰੀਵੈਂਸ਼ਨ 2022 ਦਾ ਵੀ ਜ਼ਿਕਰ ਆਉਂਦਾ ਜੇ, ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਦਾ ਵੀ ਜ਼ਿਕਰ ਆਉਂਦਾ ਜੇ, PGI ਚੰਡੀਗੜ੍ਹ ਦੀਆਂ ਵੀ ਰਿਪੋਰਟਾਂ ਨੇ, ਆਲ ਇੰਡੀਆ ਇੰਸਟੀਚਿਊਟ ਦਿੱਲੀ ਦੀਆਂ ਵੀ ਰਿਪੋਰਟਾਂ ਨੇ। ਤੇ ਹਾਲਾਤ ਇਹ ਨੇ, ਸੱਚ ਦੱਸਾਂ ਕਿ ਇਸ ਵੇਲੇ 6-13 ਵਰਿਆਂ ਦੇ ਬੱਚੇ ਜਿਨ੍ਹਾਂ ਵਿੱਚ ਬਾਲੜੀਆਂ ਵੱਧ ਗਿਣਤੀ 'ਚ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ। ਤੇ ਕੈਨੇਡੀਅਨ ਮੈਂਟਲ ਹੈਲਥ ਨੇ ਤਾਂ ਕਹਿ ਦਿੱਤਾ ਕਿ 70% ਐਂਟੀ ਡਿਪਰੈਸੈਂਟ ਜਿਹੜੀਆਂ ਪ੍ਰਿਸਕ੍ਰਿਪਸ਼ਨਸ ਦਿੱਤੀਆਂ ਜਾ ਰਹੀਆਂ ਨੇ ਇਸ ਵੇਲੇ, ਉਹ ਬੇਟੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ। ਯਾਨੀ ਅੰਦਾਜ਼ਾ ਲਾ ਲਓ ਕਿ ਕਿਸ ਹਾਲ ਵਿੱਚੋਂ ਸਾਡੀਆਂ ਬੇਟੀਆਂ ਲੰਘ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਵਿੱਚ ਉਡਾਨ ਭਰਨ ਨਹੀਂ ਦਿੱਤੀ, ਉਹਨਾਂ ਦੇ ਖੰਭ ਕੁਤਰ ਦਿੱਤੇ। ਤੁਹਾਡੇ ਵੀ ਘਰ ਨੇ ਬੱਚੇ ਤੇ ਸਾਰਿਆਂ ਦੇ ਘਰਾਂ ਵਿੱਚ ਹੋਣਗੇ। ਜ਼ਰਾ ਸੋਚ ਕੇ ਵੇਖੀਏ ਕਿ ਇਹ ਬੇਟੀ ਦੀ ਫਰੋਕ ਇੰਨੀ ਹੋਣੀ ਚਾਹੀਦੀ ਹੈ, ਇਸ ਬੇਟੀ ਨੇ ਇਸ ਤਰ੍ਹਾਂ ਹੱਸਣਾ, ਇਹਨੇ ਇਸ ਤਰ੍ਹਾਂ ਬੈਠਣਾ, ਤੇ ਉੱਥੇ ਹੀ ਬਸ ਨਹੀਂ ਹੁੰਦਾ। ਸਾਡਾ ਸਮਾਜ ਜਿਸ ਤਰੀਕੇ ਸੋਸ਼ਲ ਮੀਡੀਆ ਤੇ ਸਾਡੀਆਂ ਬੇਟੀਆਂ ਨੂੰ ਭੰਡਦਾ ਜੇ, ਉਹ ਕਿਸੇ ਤੋਂ ਲੁਕਿਆ ਨਹੀਂ। ਤੁਸੀਂ 24 ਘੰਟੇ ਮੀਡੀਆ 'ਚੋਂ ਤੁਹਾਨੂੰ ਪਤਾ ਜੇ ਕਿ ਕੋਈ ਕੰਮ ਦੀ ਗੱਲ ਵੀ ਕੀਤੀ ਜਾ ਰਹੀ ਹੋਵੇ, ਔਰਤ ਕੋਲੋਂ ਕੋਈ ਬੁੱਧੀਜੀਵੀ ਵਰਗਾ ਸ਼ਬਦ ਉਸ ਤੇ ਵਰਤਿਆ ਨਹੀਂ ਜਾਂਦਾ। ਇਹ ਸੋਚਿਆ ਹੀ ਜਾਂਦਾ ਕਿ ਮੀਡੀਆ ਵਿੱਚ ਜੇ ਔਰਤ ਹੈ ਤਾਂ ਇਹ ਜਿਸਮਾਨੀ ਪੱਖੋਂ ਅਸੀਂ ਇਹਦੇ ਤੇ ਕੋਈ ਵੀ ਕਮੈਂਟ ਬੋਲ ਸਕਦੇ ਹਾਂ। ਇਹਦੇ ਚੁੰਨੀ ਕਿਉਂ ਨਹੀਂ ਹੈ, ਇਹਦੇ ਕੱਪੜੇ ਅੱਜ ਕਿਸ ਤਰ੍ਹਾਂ ਦੇ ਨੇ, ਇਹਦਾ ਮੇਕਅਪ ਕਿਸ ਤਰ੍ਹਾਂ ਦਾ, ਇਹਦੇ ਭਰਵੱਟੇ ਕਿੱਦਾਂ ਦੇ ਨੇ, ਇਹਦੇ ਜਿਸਮ ਦੀ ਮਾਪ ਕਿਸ ਤਰ੍ਹਾਂ ਦਾ। ਯਾਨੀ ਇਸ ਤਰ੍ਹਾਂ ਅਸੀਂ ਆਪਣੀਆਂ ਬੇਟੀਆਂ ਨੂੰ ਇੰਨਾ ਕੁਛ ਉਹਨਾਂ ਨੂੰ ਸੁਣਨਾ ਪੈ ਜਾਂਦਾ ਹੈ ਕਿ ਸਾਡੀਆਂ ਬੇਟੀਆਂ ਆਪਣੇ ਸਰੀਰ ਦੇ ਮਾਪ ਸਦਕਾ ਮਾਨਸਿਕ ਰੋਗੀ ਬਣ ਜਾਂਦੀਆਂ।
ਐਨੋਰੈਕਸੀਆ ਨਰਵੋਜ਼ਾ ਜਾਂ ਬੁਲੀਮੀਆ ਵਰਗੇ ਰੋਗ, ਖਾਣਾ ਫਿਰ ਸੰਗ ਚ ਉਂਗਲ ਮਾਰ ਕੇ ਉਲਟੀ ਕਰ ਲੈਣਾ, ਇਸ ਹੱਦ ਤੱਕ ਚਲੇ ਜਾਣਾ ਕਿ ਤੁਹਾਨੂੰ ਹਸਪੀਟਲ ਦੇ ਵਿੱਚ ਐਡਮਿਸ਼ਨ ਤੱਕ ਦੀ ਲੋੜ ਪੈ ਜਾਣੀ। ਬਹੁਤ ਜ਼ਿਆਦਾ ਅਸੀਂ ਆਪਣੀਆਂ ਬੇਟੀਆਂ ਦੇ ਉੱਤੇ ਇੰਨੇ ਕੁ ਸ਼ਿਕੰਜੇ ਕੱਸੇ ਪਏ ਨੇ ਕਿ ਉਹਨਾਂ ਨੂੰ ਮਾੜੀ ਜਿਹੀ ਗੱਲ ਵੀ ਇੰਨੇ ਕੁ ਓਵਰ ਪ੍ਰੋਟੈਕਟਿਵ ਹੋ ਜਾਂਦੇ ਆ ਕਿ ਉਹ ਮਾੜੀ ਗੱਲ ਵੀ ਬਰਦਾਸ਼ਤ ਨਹੀਂ ਕਰਦੀਆਂ। ਜਦੋਂ ਵੀ ਆਜ਼ਾਦ ਹਵਾ ਵਿੱਚ ਸਾਹ ਲੈਂਦੀਆਂ ਨੇ, ਸਮਝ ਆਉਂਦੀ ਜੇ ਕਿਸ ਤਰ੍ਹਾਂ ਦੀ ਇਹ ਸਮਾਜਿਕ ਜੋ ਉਹਨਾਂ ਨੇ ਸੁਣਨੀਆਂ ਹੁੰਦੀਆਂ ਜੇ ਕੁਰੀਤੀਆਂ ਦੇ ਵਿੱਚੋਂ ਗੱਲਾਂ ਕਿ ਔਰਤ ਹੈ ਹੀ ਬਜ਼ਾਰੂ ਜੇ ਆਵਾਜ਼ ਕੱਢ ਰਹੀ ਹੈ ਜਾਂ ਆਪਣੇ ਹੱਕਾਂ ਲਈ ਜੂਝ ਰਹੀ ਹੈ, ਤਾਂ ਇਸ ਤਰ੍ਹਾਂ ਦੇ ਲਾਂਛਣ ਉਹ ਬੇਟੀਆਂ ਬਹੁਤ ਛੋਟੀ ਕੋਮਲ ਉਮਰ ਹੁੰਦੀ ਜੇ ਬਰਦਾਸ਼ਤ ਨਹੀਂ ਕਰ ਸਕਦੀਆਂ ਜੀ। ਇਹਨਾਂ ਦੇ ਵਿੱਚ ਜਿਸ ਤਰੀਕੇ ਉਹਨਾਂ ਦਾ ਸ਼ੋਸ਼ਣ ਹੁੰਦਾ ਜੇ, ਦੇਖੋ ਕਿਉਂਕਿ ਘਰਾਂ ਵਿੱਚ ਕਈ ਵਾਰ ਇਹਨਾਂ ਬੇਟੀਆਂ ਨੂੰ ਉਹ ਰਿਸ਼ਤੇ ਆਪਸੀ ਜਿਹੜੇ ਦੋਸਤਾਨਾ ਨਹੀਂ ਗੰਢ ਸਕਦੀਆਂ, ਤਾਂ ਫਿਰ ਉਹ ਆਪਣੀਆਂ ਮਾਨਸਿਕ ਗੁੰਝਲਾਂ ਸੁਲਝਾਉਣ ਲਈ ਘਰੋਂ ਬਾਹਰ ਕੋਈ ਨਾ ਕੋਈ ਦੋਸਤੀ ਲੱਭਦੀਆਂ ਨੇ, ਕੋਈ ਅਜਿਹਾ ਰਿਸ਼ਤਾ ਲੱਭਦੀਆਂ ਨੇ ਜਿੱਥੇ ਦਿਲ ਖੋਲ ਸਕਣ। ਉੱਥੇ ਬਘਿਆੜ ਬੈਠੇ ਨੇ ਇਹਨਾਂ ਨੂੰ ਸ਼ਿਕੰਜੇ 'ਚ ਕੱਸਣ ਲਈ। ਜਿਸ ਤਰੀਕੇ ਇਹਨਾਂ ਨੂੰ ਉਸ ਸ਼ਿਕੰਜੇ 'ਚ ਉਹ ਕੱਸਦੇ ਨੇ, ਜਿਵੇਂ ਸਰੀਰਕ ਸ਼ੋਸ਼ਣ ਕਰਦੇ ਨੇ, ਜਿਵੇਂ ਮਨੁੱਖੀ ਤਸਕਰੀ ਅਧੀਰੇ ਜਾਂਦੀਆਂ ਨੇ, ਕਦੇ ਡਰੱਗ ਲਾਰਡਸ ਇਹਨਾਂ ਨੂੰ ਵਰਤਦੇ ਨੇ, ਉਹ ਸਾਰਾ ਕੁਝ ਅਜਿਹੇ ਹਾਲ ਵਿੱਚ ਪਹੁੰਚਦਾ ਜੇ ਜਿਨ੍ਹਾਂ ਵਿੱਚੋਂ ਕੋਈ ਆਪਾਂ 0.01% ਨੇ ਕੋਈ ਜਿਹੜੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਕਿ ਅਸੀਂ ਖੁਦਕੁਸ਼ੀ ਕਰਨ ਲੱਗੀਆਂ, ਕਿੰਨਾ ਕੁ ਜ਼ੁਲਮ ਸਿਆ, ਸੁਣ ਕੇ ਦਿਲ ਕੰਬਦਾ ਜੇ। ਪਰ ਉਹਦੇ ਹੇਠਾਂ ਜਿਹੜੀਆਂ 99% ਜੋ ਲੁਕਿਆ ਰਹਿ ਗਿਆ ਉਹ ਸ਼ਾਇਦ ਸਾਡੇ ਨਜ਼ਰੋਂ ਬਾਹਰ ਜੇ। ਉਹ ਜਦੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਨੇ ਕਿ ਯੂਨਾਈਟਿਡ ਨੇਸ਼ਨਸ ਵਰਗੀ ਸੰਸਥਾ ਵੀ ਕਵੇ ਕਿ ਬੱਚੇ, ਖਾਸ ਤੌਰ ਤੇ ਬੇਟੀਆਂ ਜੋ ਸਿਵੀਅਰ ਡਿਪਰੈਸ਼ਨ ਜੂਝਦੀਆਂ ਹੁਣ ਆਤਮ ਹੱਤਿਆ ਕਰਨ ਤੱਕ ਮਜਬੂਰ ਹੋ ਰਹੀਆਂ ਨੇ, ਭਾਈ ਜਾਗੋ, ਇਸ ਸਮਾਜ ਨੂੰ ਬਹੁਤ ਕੁਝ ਸੋਚਣ ਦੀ ਲੋੜ ਹੈ ਕਿ ਕਿਉਂ ਇੰਨਾ ਨਿਗਾਰ ਆ ਗਿਆ ਕਿ ਸਾਡੀਆਂ ਬੇਟੀਆਂ ਜੀਣ ਨੂੰ ਵੀ ਤਰਜੀਹ ਨਹੀਂ ਦੇ ਰਹੀਆਂ ਜੀ। ਸਾਡੀਆਂ ਬੇਟੀਆਂ ਜੱਜ ਬਣ ਚੁੱਕੀਆਂ, ਸਾਡੀਆਂ ਬੇਟੀਆਂ ਪ੍ਰਧਾਨ ਮੰਤਰੀ ਤੱਕ, ਯਾਨੀ ਔਰਤ ਕਿਸ ਥਾਂ ਤੱਕ ਨਹੀਂ ਪਹੁੰਚ ਸਕੀ ਜਿੱਥੇ ਮੰਦਰਾਂ ਗੁਰਦੁਆਰਿਆਂ ਵਿੱਚ ਉਹਦੀ ਜੈ ਦੇ ਨਾਅਰੇ ਲੱਗਦੇ ਹੋਣ, ਉਹਦੇ ਅੱਗੇ ਲੋਕ ਸਿਰ ਝੁਕਾਉਂਦੇ ਹੋਣ, ਦੇਵੀ ਦਾ ਰੁਤਬਾ ਦਿੱਤਾ ਹੋਏ। ਤਾਂ ਫਿਰ ਉਸੇ ਥਾਂ ਤੇ ਜੋ ਅੰਕੜੇ ਨੇ ਬਹੁਤ ਦਿਲ ਕੰਬਾਊ ਨੇ ਕਿ ਅੱਜ ਦੇ ਦਿਨ ਹਰ 19 ਜੋ ਔਰਤਾਂ ਦੀਆਂ ਹੋ ਰਹੀਆਂ ਨੇ ਨਾ, ਉਹਨਾਂ ਮੌਤਾਂ ਦੇ ਵਿੱਚੋਂ ਜੋ ਖੁਦਕੁਸ਼ੀਆਂ ਨੇ, ਇੱਕ ਜਿਹੜਾ ਨੰਬਰ 19ਵੇਂ ਨੰਬਰ ਦਾ ਜਿਹੜਾ ਵਿੱਚੋਂ ਜਿਹੜਾ ਇੱਕ ਨੰਬਰ ਆਉਂਦਾ ਜੇ, ਪਤਾ ਜੇ ਕੀ ਹੈ? ਉਹ ਔਰਤਾਂ ਜਿਹੜੀਆਂ ਆਪਣੇ ਕੁੱਖੋਂ ਧੀ ਜੰਮ ਰਹੀਆਂ। ਸਨ 2000 ਦੀ ਰਿਪੋਰਟ ਦੱਸਦੀ ਜੇ ਕਿ ਅਸੀਂ ਤਾਂ ਉਹਨਾਂ ਮਾਵਾਂ ਨੂੰ ਵੀ ਮਜਬੂਰ ਕਰਨ ਲੱਗ ਪਏ ਆ, ਭਾਵੇਂ ਉਹਨਾਂ ਦੇ ਕੁੱਖੋਂ ਪਹਿਲੀ ਹੋਈ ਧੀ ਜੰਮੀ ਹੋਵੇ, ਭਾਵੇਂ 19 ਵਰਿਆਂ ਦੀ ਬਾਲੜੀ ਹੋਈ ਕਿਉਂ ਨਾ ਆਪ ਹੋਵੇ, ਕਿ ਤੂੰ ਧੀ ਜੰਮ ਦਿੱਤੀ ਹੈ ਤੇ ਫਿਰ ਜੀਣ ਦਾ ਹੱਕ ਹੀ ਨਹੀਂ, ਤੇ ਉਹ ਖੁਦਕੁਸ਼ੀ ਕਰਨ ਤੱਕ ਤੁਰ ਜਾਵੇ ਕਿ ਮੈਂ ਕੁੱਖੋਂ ਧੀ ਜੰਮ ਦਿੱਤੀ। ਕਿਹੋ ਜਿਹਾ ਸਮਾਜ ਅਸੀਂ ਸਿਰਜਿਆ। ਫਿਰ ਅਸੀਂ ਕਹਿੰਦੇ ਆ ਕਿ ਔਰਤ ਨੂੰ ਬਰਾਬਰੀ ਦਾ ਹੱਕ, ਅਸੀਂ ਵੂਮਨ ਡੇ ਮਨ, ਆਖਰ ਕਿਉਂ ਇਹ ਕਹਿੰਦੇ ਅਸੀਂ ਦੋਗਲਾਪਨ ਛੱਡ ਨਹੀਂ ਰਹੇ। ਭਾਰਤ ਮਾਤਾ, ਜਿੱਥੇ ਮੈਨੂੰ ਨਹੀਂ ਲੱਗਦਾ ਅਸੀਂ ਗਿਣ ਵੀ ਸਕਦੇ ਹਾਂ ਕਿੰਨੇ ਦੇਵੀ ਦੇਵਤਾ ਜਾਂ ਸਾਰੇ ਅਸੀਂ ਜਿੰਨੇ ਵੀ ਧਰਮ ਸਥਾਨ ਇੱਥੇ ਬਣ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਔਰਤ ਨੂੰ ਉੱਚਾ ਚੁੱਕਣ ਦਾ ਜਾਂ ਉਹਦਾ ਬਿੰਬ ਸਵਾਰਨ ਦਾ, ਖਿਮਾ ਕਰਿਓ ਬਹੁਤ ਮਾੜਾ ਸ਼ਬਦ ਵਰਤ ਰਹੀ ਹਾਂ, ਪਖੰਡ ਕਰਦੇ ਹਾਂ। ਕਿਉਂਕਿ ਉਹੀ ਧਾਰਮਿਕ ਥਾਵਾਂ ਤੇ ਹੀ ਤਾਂ ਅਸੀਂ ਨਿੱਕੀਆਂ ਬਾਲੜੀਆਂ ਦਾ ਬਲਾਤਕਾਰ ਕਰਦੇ, ਉਦੋਂ ਤਾਂ ਰੱਬ ਗਾਇਬ ਹੋ ਜਾਂਦਾ। ਨਵਦੀਪ ਜੀ, ਮੈਨੂੰ ਲੱਗਦਾ ਕਿ ਇਹ ਸਵਾਲ ਜੇ ਪੁੱਛਿਆ ਜਾਏ ਕੋਈ ਵਿਰਲਾ ਹੀ ਜਵਾਬ ਦੇਗਾ ਕਿ ਰੱਬ ਕੀ ਸਿਰਫ ਮਰਦਾਂ ਲਈ ਬਣਿਆ? ਕਿ ਔਰਤ ਤੇ ਜਦੋਂ ਜ਼ੁਲਮ ਹੁੰਦਾ ਰੱਬ ਗਾਇਬ ਹੋ ਜਾਂਦਾ? ਕਦੋਂ? ਜਦੋਂ 8 ਵਲਿਆਂ ਦੀ ਬਾਲੜੀ ਦਾ ਸਮੂਹਕ ਬਲਾਤਕਾਰ ਹੋਏ, ਹੱਡੀਆਂ ਤੋੜ ਦਿੱਤੀਆਂ ਗਈਆਂ ਹੋਣ ਤੇ ਇਸ ਬੇਹੂਦਗੀ ਚ ਮਾਰ ਕੇ ਉਹਦਾ ਜਿਸਮ ਸਾੜ ਦਿੱਤਾ ਗਿਆ ਹੋਵੇ, ਕਿ ਉਦੋਂ ਰੱਬ ਬੋੜਦਾ ਨਹੀਂ? ਕਿੱਥੇ ਲੁਕ ਜਾਂਦਾ ਹੈ ਉਦੋਂ? ਪਰ ਆਖਰ ਕੌਣ ਨੇ ਇਹ ਜ਼ੁਲਮ ਕਰਨ ਵਾਲੇ? ਜੇ ਇਹ ਸਮਝ ਆ ਜਾਏ ਗੱਲ, ਤਾਂ ਫਿਰ ਬਾਕੀ ਬੰਦੇ ਜੋ ਚੰਗੇ ਨੇ,
ਜਿਹੜੀਆਂ ਆਪਣੀਆਂ ਬੇਟੀਆਂ ਲਈ ਉੱਚੀਆਂ ਉਡਾਣਾਂ ਭਰਨ ਲਈ ਦੁਆਵਾਂ ਦਿੰਦੇ ਨੇ, ਜਿਹੜੇ ਜ਼ਿੰਦਗੀ ਦਾਅ ਤੇ ਲਾ ਦਿੰਦੇ ਨੇ ਆਪਣੀਆਂ ਬੇਟੀਆਂ ਨੂੰ ਅਗਾਂਹ ਚੁੱਕਣ ਲਈ, ਉਹ ਚੁੱਪ ਕਿਉਂ ਨੇ? ਜੀ ਕਿਸ ਕਰਕੇ ਚੁੱਪ ਨੇ? ਇੰਨਾ ਭਾਰੀ ਜ਼ੁਲਮ ਵੇਖਦਿਆਂ ਕੀ ਉਡੀਕਦੇ ਨੇ ਕਿ ਅੱਗ ਉਹਨਾਂ ਦੇ ਘਰ ਤੱਕ ਆ ਜਾਵੇ, ਫੇਰ ਹੀ ਸੀ ਕਰਾਂਗੇ। ਜ਼ੁਲਮ ਦੀ ਆਖਰ ਇਸ ਤੋਂ ਉੱਪਰ ਸਿਖਰ ਕਦੋਂ ਪਹੁੰਚਣੀ? ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ ਸੀ, ਚੁੰਕਾਰ ਅਜ਼ ਹਮਾ ਹੀਲ ਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਜ਼ੁਲਮ ਦੀ ਇਹਾ ਹੋ ਜਾਏ ਤਾਂ ਤਲਵਾਰ ਚੁੱਕਣੀ ਜਾਇਜ਼ ਹੋ ਜਾਂਦੀ ਜੀ। ਕਿ ਅਜੇ ਵੀ ਤਲਵਾਰ ਚੁੱਕਣ ਦੇ ਯੋਗ ਅਸੀਂ। ਡੋਮੈਸਟਿਕ ਵਾਇਲੈਂਸ ਦਾ ਇੱਕ ਜ਼ਿਕਰ ਕਰਨਾ ਚਾਹੁੰਦੀ ਹਾਂ, ਜੋ ਇਹਨਾਂ ਰਿਪੋਰਟਾਂ ਵਿੱਚ ਜਿੱਥੇ ਇਹਦਾ ਬੜੇ ਸਪਸ਼ਟ ਤਰੀਕੇ ਲਿਖਿਆ ਜੀ ਕਿ ਜਦੋਂ ਡੋਮੈਸਟਿਕ ਵਾਇਲੈਂਸ ਦੇ ਜਿੰਨੇ ਅੰਕੜੇ ਇਕੱਠੇ ਕੀਤੇ 9:1 ਲੱਭਿਆ ਗਿਆ ਕਿ ਜਿੱਥੇ ਇੱਕ ਮਰਦ ਤੇ 9 ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਸਨ। ਇਹਨਾਂ ਵਿੱਚੋਂ ਜਦੋਂ ਜ਼ਿਕਰ ਅੱਗੇ ਹੋਇਆ ਕਿ ਕਿਸ ਕਿਸਮ ਦੀ ਘਰੇਲੂ ਹਿੰਸਾ, ਪਤਾ ਜੇ ਔਰਤਾਂ ਵਿੱਚ ਕਿੱਦਾਂ ਦੀ ਲੱਭੀ ਗਈ? ਹੱਡੀਆਂ ਤੋੜਨੀਆਂ, ਅੱਖ ਕੱਢ ਦੇਣੀ, ਵੀਣੀ ਕੱਟ ਦੇਣੀ, ਇੱਥੋਂ ਤੱਕ ਕਿ ਉਹਦਾ ਗੁੱਟ ਤੋੜ ਕੇ ਲਟਕਦਾ ਹੋਇਆ, ਯਾਨੀ ਤੋੜ ਹੀ ਦੇਣਾ ਬਾਂਹ। ਇਸ ਹਾਲ ਵਿੱਚ ਆਣਾ, ਕਈ ਥਾਈਂ ਕਿਰਪਾਨ ਨਾਲ ਜਾਂ ਚਾਕੂ ਨਾਲ ਉਹਦੀ ਬਾਂਹ ਵੱਢ ਦੇਣੀ, ਢਿੱਡ ਵਿੱਚ ਛੁਰਾ ਵੱਜਿਆ ਹੋਣਾ, ਸੋਟੀਆਂ ਨਾਲ ਮਾਰ ਮਾਰ ਕੇ ਫੇਫੜਿਆਂ ਦੇ ਅੰਦਰ ਲਹੂ ਤੱਕ ਰਹਿਣਾ, ਜਿਗਰ ਦਾ ਫਟ ਜਾਣਾ। ਇਹ ਕੀ ਘਰੇਲੂ ਹਿੰਸਾ ਹੁੰਦੀ? ਇਹ ਕੌਣ ਨੇ? ਤੁਹਾਨੂੰ ਲੱਗਦਾ ਹੈ ਕੋਈ ਇਨਸਾਨ ਇਸ ਤਰੀਕੇ ਦਾ ਜ਼ੁਲਮ ਕਰ ਸਕਦਾ ਹੈ? ਇਸ ਤਰ੍ਹਾਂ ਦੇ ਫੱਟ ਪਹੁੰਚੇ ਹੋਣ ਜਦੋਂ ਹਸਪੀਟਲਸ ਦੇ ਵਿੱਚ, ਕੀ ਇਹ ਸਿਰਫ ਘਰੇਲੂ ਹਿੰਸਾ ਤੱਕ ਸੀਮਤ ਹੈ? ਇਹਨਾਂ ਦਾ ਨਾਮ ਕੀ ਦੇਣਾ ਚਾਹੀਦਾ ਜੀ? ਜੋ ਇਹ ਕਾਰਾ ਕਰ ਰਹੇ ਨੇ ਉਹਨਾਂ ਨੂੰ ਕੀ ਸਜ਼ਾਏ ਮੌਤ ਨਹੀਂ ਮਿਲਣੀ ਚਾਹੀਦੀ? ਬਿਲਕੁਲ। ਇਹ ਜਿਸ ਤਰੀਕੇ ਦੀ ਅੱਗੋਂ ਖੁਦਕੁਸ਼ੀ ਤੱਕ ਲੈ ਜਾਂਦੀ ਹੈ ਕਿਸੇ ਔਰਤ ਨੂੰ, ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਹੁੰਦਾ ਹੈ। ਅਸੀਂ ਕਦੇ ਕਤਲ ਦੇਖ ਲਈਏ, ਸਾਹਮਣੇ ਐਕਸੀਡੈਂਟ ਹੁੰਦਾ ਦੇਖ ਲਈਏ, ਕੋਈ ਮੇਜਰ ਡਿਜ਼ਾਸਟਰ ਹੁੰਦਾ ਹੋਵੇ, ਕੋਈ ਹੁਣੇ ਹੀ ਹੋ ਕੇ ਹਟਿਆ ਸੀਰੀਆ ਵਿੱਚ, ਇੰਨਾ ਕਹਿਰ ਹੋਇਆ ਉੱਥੇ ਜੋ ਉਸ ਰਬਲ ਦੇ ਵਿੱਚੋਂ ਜਿਸ ਤਰੀਕੇ ਨਿਕਲੇ, ਇਹ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਜਿਹੜਾ ਸਾਲ ਤੱਕ ਵੀ ਬੰਦੇ ਨੂੰ ਆਪਣੀ ਜਕੜ ਵਿੱਚ ਰੱਖਦਾ ਹੈ ਜੀ। ਬਹੁਤ ਤਗੜੀ ਡਿਪਰੈਸ਼ਨ, ਘਬਰਾਹਟ, ਚੀਕ ਮਾਰਨਾ, ਨੀਂਦਰ ਨਾ ਆਉਣੀ, ਧੜਕਣ ਵੱਧ ਜਾਣੀ। ਇਸ ਹਾਲ ਵਿੱਚ ਜਿਹੜੀਆਂ ਇਹ ਔਰਤਾਂ ਜਾਂਦੀਆਂ ਨੇ ਡੋਮੈਸਟਿਕ ਵਾਇਲੈਂਸ ਵਿੱਚ, ਜਾਂ ਨੌਜਵਾਨ ਬੇਟੀਆਂ ਜੋ 18-19 ਵਰਿਆਂ ਦੀਆਂ ਵਿਆਹ ਕੇ ਤੁਰ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਕਈਆਂ ਨੂੰ ਜਬਰੀ ਸੈਕਸ ਸਲੇਵਰੀ ਵਾਲੇ ਪਾਸੇ ਵੀ ਧੱਕਿਆ ਜਾਂਦਾ ਜੇ, ਕਈਆਂ ਨੂੰ ਆਪਣੇ ਬੌਸ ਦੇ ਕੋਲ ਵੀ ਪੇਸ਼ ਕੀਤਾ ਜਾਂਦਾ ਜੇ, ਕਈਆਂ ਨੂੰ ਦੋਸਤਾਂ ਨਾਲ ਵੰਡਿਆ ਜਾਂਦਾ ਜੇ, ਬਹੁਤ ਕੁਛ ਜੇ ਜਿਹੜਾ ਸਾਰਾ ਬਰਦਾਸ਼ਤ ਨਾ ਕਰਦਿਆਂ ਹੋਈਆਂ ਇਹ ਨੌਜਵਾਨ ਬੇਟੀਆਂ ਕਦੇ ਨਾ ਕਦੇ ਜ਼ਿੰਦਗੀ, ਇਹੋ ਜਿਹੀ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਖੁਦਕੁਸ਼ੀ ਕਰ ਜਾਂਦੀਆਂ ਨੇ ਜੀ। ਸੁਣਨ ਵਾਲਿਆਂ ਨੂੰ ਲੱਗੇ ਕਿ ਇਹਦੇ ਵਿੱਚ ਕੁਛ ਇਹ ਵਾਧਾ ਕਰਕੇ ਦੱਸ ਰਹੀ ਹੈ, ਮੈਂ ਪਹਿਲਾਂ ਹੀ ਦੱਸ ਦਿਆਂ, ਮੈਂ ਰਿਪੋਰਟਾਂ ਸਿਰਫ ਪੜ੍ਹ ਰਹੀ ਹਾਂ ਜਿਨ੍ਹਾਂ ਵਿੱਚੋਂ ਬਹੁਤ ਅਜੇ ਮੈਂ ਘੱਟ ਦੱਸ ਰਹੀ ਹਾਂ, ਕਿਉਂਕਿ ਜਿਸ ਤਰੀਕੇ ਦੇ ਉੱਥੇ ਜ਼ਿਕਰ ਮਿਲਦੇ ਨੇ ਨਾ ਸਮੂਹਕ ਬਲਾਤਕਾਰ ਨਾਲ, ਜਿਸ ਤਰ੍ਹਾਂ ਦੇ ਤੇਜ਼ਾਬ ਪਾਏ ਹੋਏ ਮੂੰਹ ਦੇ ਅੰਦਰ, ਕਿਵੇਂ ਅੱਤ ਦਾ ਜ਼ੁਲਮ ਢਾਂਦਿਆਂ ਹੋਇਆਂ ਉਹਨਾਂ ਨੂੰ ਮਰਨ ਤੇ ਮਜਬੂਰ ਕਰ ਦਿੱਤਾ ਗਿਆ, ਮੈਨੂੰ ਬੋਲਦਿਆਂ ਵੀ ਦਿਲ ਕੰਬਦਾ ਕਿ ਕਿਵੇਂ ਉਹਨਾਂ ਦੇ ਟੱਟੀ ਵਾਲੇ ਰਾਹ ਵੀ ਕਿਸ ਤਰ੍ਹਾਂ ਪੱਥਰ ਤੱਕ ਭਰੇ ਲੱਭੇ ਗਏ। ਇਸ ਤਰ੍ਹਾਂ ਦੀ ਡੋਮੈਸਟਿਕ ਵਾਇਲੈਂਸ ਵੀ ਕੀਤੀ ਜਾਂਦੀ। ਹੈਵਾਨ ਕਰ ਸਕਦੇ ਨੇ, ਇਨਸਾਨ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀਆਂ ਬੇਟੀਆਂ ਤੋਂ ਅਸੀਂ ਕਿਵੇਂ ਐਕਸਪੈਕਟ ਕਰਦੇ ਹਾਂ ਜਿਨ੍ਹਾਂ ਦੀ ਸਪੋਰਟ ਵਿੱਚ ਕਦੇ ਕੋਈ ਨਹੀਂ ਆਉਂਦਾ। ਮਾਵਾਂ ਪਿਓ ਜੇ ਇਹ ਕਹਿ ਦੇਣ ਕਿ ਤੁਹਾਡੀ ਤਾਂ ਜੀ ਉੱਥੋਂ ਲਾਸ਼ ਹੀ ਜਾਣੀ ਚਾਹੀਦੀ ਹੈ, ਉਸ ਘਰ ਵਿੱਚ ਗਏ ਸਾਡੀਆਂ ਹੋਰ ਬੇਟੀਆਂ ਵਿਆਹਣ ਲਈ ਬੈਠੀਆਂ ਨੇ, ਜਾਂ ਕੋਈ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਕਿਸੇ ਤਰੀਕੇ ਤੁਰ ਜਾਏ ਤੇ ਮਾਪੇ ਉਹਦੇ ਨਾਲੋਂ ਵੱਢ ਹੀ ਦਿੰਦੇ ਨੇ ਰਿਸ਼ਤਾ ਕਿ ਤੇਰਾ ਸਾਡੇ ਨਾਲ ਕੋਈ ਸੰਬੰਧ ਨਹੀਂ, ਤਾਂ ਫਿਰ ਇਹ ਬੇਟੀਆਂ ਕਿੱਥੇ ਜਾਣ ਜੀ। ਸਮਾਜ ਇਹਨਾਂ ਨੂੰ ਤਿਰਸਕਾਰ ਦੀ ਭਾਵਨਾ ਨਾਲ ਦੇਖਦਾ ਹੈ। ਜਦੋਂ ਵੀ ਕਦੇ ਔਰਤ ਚੁੱਕੇ ਆਵਾਜ਼ ਮੇਰੇ ਤੇ ਜ਼ੁਲਮ ਹੋਇਆ, ਉਂਗਲਾਂ ਤੇ ਗਿਣਿਓ ਕਿੰਨੇ ਕੁ ਲੋਕ ਉਹਦੇ ਹੱਕ ਵਿੱਚ ਖੜੇ ਹੁੰਦੇ ਨੇ। ਬਹੁ ਗਿਣਤੀ ਲੋਕ ਔਰਤ ਦੇ ਉੱਤੇ ਹੀ
ਉਹਨ ਕਸੂਰ ਥੱਪ ਕੇ ਤੇ ਉਸੇ ਨੂੰ ਹੀ ਨੀਵਾਂ ਪੈਣ ਤੇ ਜਾਂ ਫਿਰ ਅਖੀਰ ਉਹ ਥਾਂ ਤੇ ਰਹਿਣ ਲਈ ਮਜਬੂਰ ਕਰ ਦਿੰਦੇ ਨੇ। ਕਿਉਂਕਿ ਆਖਰ ਜ਼ੁਲਮ ਕਰਨ ਵਾਲਿਆਂ ਦੀ ਗਿਣਤੀ ਤਾਂ ਵੇਖੋ ਨਾ, 70%। ਜੀ ਇਹਦਾ ਮਤਲਬ ਹੈ 30% ਬਹੁਤ ਚੰਗੇ ਨੇ ਜਿਨ੍ਹਾਂ ਵਿੱਚੋਂ ਕੁਝ ਜ਼ੁਲਮ ਸਹਿ ਹੋਣਗੇ, ਜੀ ਪਰ ਉਹ 30% ਕਿਉਂ ਆਵਾਜ਼ ਨਹੀਂ ਚੁੱਕਦੇ? ਕਿਉਂ ਸਿਰਫ ਜਾਂ ਹਾਏ ਕਰਕੇ ਬਹਿ ਜਾਂਦੇ ਨੇ? ਜੀ ਇਹ ਇੱਕ ਤਰੀਕੇ ਹੋਕਾ ਜੇ। ਅਸੀਂ ਤਾਂ ਸਿਰਫ ਇੱਕ ਰਿਪੋਰਟਾਂ ਜ਼ਾਹਰ ਕਰ ਰਹੇ ਹਾਂ ਕਿ ਇਹਨਾਂ ਬੇਟੀਆਂ ਨੂੰ ਜਿਸ ਤਰੀਕੇ ਦੇ ਜ਼ੁਲਮ ਸਹਿਣ ਲਈ ਅਸੀਂ ਤਿਆਰ ਕਰ ਰਹੇ ਹਾਂ ਠੀਕ ਨਹੀਂ ਹੈ। ਬੇਟੀ ਸਿਰਫ ਵਿਆਹ ਕਰਨ ਲਈ ਨਹੀਂ ਜੰਮ ਰਹੇ, ਜਾਂ ਬੇਟੀ ਸਿਰਫ ਕਿਸੇ ਦੀ ਗਰਲਫ੍ਰੈਂਡ ਬਣਨ ਲਈ ਨਹੀਂ ਅਸੀਂ ਜੰਮ ਰਹੇ। ਇਹ ਬੇਟੀਆਂ ਨੇ ਅੱਗੋਂ ਬਹੁਤ ਭਾਰੀ ਜ਼ਿੰਮੇਵਾਰੀ ਨਿਭਾਉਣੀ ਹੈ। ਜੇ ਮਨੁੱਖਾ ਜਨਮ ਇਸ ਧਰਤੀ ਤੇ ਹੋਣਾ ਹੈ ਤਾਂ ਬੇਟੀਆਂ ਸਦਕਾ ਹੋਣਾ ਹੈ। ਪਰ ਅੱਜ ਦਾ ਤਾਂ ਇੱਕ ਹੋਕਾ ਜੇ ਕਿ ਆਉਣ ਵਾਲਾ ਜੇ ਸਮਾਂ ਸਾਡੇ ਕੋਲ, ਜਦੋਂ 8 ਮਾਰਚ ਨੂੰ ਬਹੁਤ ਵੱਡੇ ਵੱਡੇ ਸਮਾਗਮ ਹੋਣਗੇ, ਕਰੋੜਾਂ ਰੁਪਏ ਖਰਚੇ ਜਾਣਗੇ, ਇਸ਼ਤਿਹਾਰਬਾਜ਼ੀ ਹੋਏਗੀ, ਤੇ ਫਿਰ ਅਗਲੇ ਦਿਨ ਪਤਾ ਜੇ ਕੀ ਲਿਖਿਆ ਮਿਲੇਗਾ। ਅੱਜ 10 ਬੇਟੀਆਂ ਦਾ ਬਲਾਤਕਾਰ ਹੋਇਆ ਜੀ, ਬਿਲਕੁਲ। ਅੱਜ 15 ਬੇਟੀਆਂ ਨੇ ਜ਼ੁਲਮ ਨਾ ਸਹਿੰਦਿਆਂ ਖੂਹ ਵਿੱਚ ਛਾਲ ਮਾਰ ਦਿੱਤੀ। ਅੱਜ 15 ਬੇਟੀਆਂ ਨੂੰ ਦਾਜ ਖਾਤਰ ਸਾੜ ਦਿੱਤਾ ਗਿਆ। ਅਸੀਂ ਕਦੋਂ, ਆਖਰ ਕਦੋਂ ਇਸ ਤਰ੍ਹਾਂ ਦੇ ਖਰਚੇ ਕਰਕੇ ਆਪਣੇ ਆਪ ਨੂੰ ਉਤਾਂਹ ਚੁੱਕਣ ਦੀ ਗੱਲ ਕਰਾਂਗੇ? ਪਰ ਹਕੀਕਤ ਵਿੱਚ ਅਸੀਂ ਬੇਟੀਆਂ ਨੂੰ ਅੱਜ ਵੀ ਆਜ਼ਾਦ ਨਹੀਂ ਮੰਨਿਆ, ਅੱਜ ਵੀ ਉਹਨਾਂ ਨੂੰ ਬੇੜੀਆਂ ਵਿੱਚ ਜਕੜਿਆ ਪਿਆ ਜੀ। ਪਰ ਇਹਨਾਂ ਬੇਟੀਆਂ ਦਾ ਜਿਸ ਤਰੀਕੇ ਅਸੀਂ ਡਿਪੈਂਡੈਂਟ ਉਹਨਾਂ ਨੂੰ ਬਣਾ ਰਹੇ ਹਾਂ, ਇਹ ਬਹੁਤ ਬਹੁਤ ਗਲਤ ਰਾਹ ਅਪਣਾ ਰਹੇ ਹਾਂ, ਕਿਉਂਕਿ ਸਮਾਜ ਬਦਲ ਰਿਹਾ ਤੇ ਸਾਨੂੰ ਉਹਦੇ ਨਾਲ ਬਦਲਣਾ ਹੀ ਪੈਣਾ। ਇਹ ਸੋਚ ਤਬਦੀਲ ਕਰਨੀ ਪੈਣੀ ਜੀ। ਬਿਲਕੁਲ ਮੈਮ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਮਾਜ ਬਦਲ ਰਿਹਾ ਹੈ, ਸਮਾਂ ਬਦਲ ਰਿਹਾ ਹੈ ਤੇ ਮਾਪਿਆਂ ਨੂੰ ਵੀ ਆਪਣੀ ਸੋਚ ਬਦਲਣੀ ਹੀ ਪੈਣੀ ਹੈ। ਸੋ ਫਿਲਹਾਲ ਵੇਲਾ ਇੱਕ ਛੋਟੀ ਜੀ ਬ੍ਰੇਕ ਦਾ ਹੋ ਚੱਲਿਆ। ਬਹੁਤ ਜ਼ਿਆਦਾ ਅਹਿਮ ਟੌਪਿਕ ਹੈ ਜਿਸ ਤੇ ਗੱਲਬਾਤ ਕਰਨੀ, ਜਿਸ ਤੇ ਵਿਚਾਰ ਚਰਚਾ ਕਰਨੀ, ਜਿਸ ਬਾਰੇ ਸੁਣਨਾ ਬੇहद ਜ਼ਰੂਰੀ ਹੈ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੇ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਅੱਜ ਗੱਲਬਾਤ ਹੋ ਰਹੀ ਹੈ ਲੜਕੀਆਂ ਦੇ ਵਿੱਚ ਵੱਧ ਰਹੇ ਡਿਪਰੈਸ਼ਨ ਨੂੰ ਲੈ ਕੇ, ਤੇ ਅੱਜ ਗੱਲਬਾਤ ਹੋ ਰਹੀ ਹੈ ਕਿ ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਮਜਬੂਰਨ ਉਸ ਥਾਂ ਤੇ ਖੜਨਾ ਪੈਂਦਾ, ਉਸ ਚੀਜ਼ਾਂ ਨਾਲ ਲੜਨਾ ਪੈਂਦਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਅਜਿਹੇ ਸਿਸਟਮ ਦੇ ਵਿੱਚ ਅਸੀਂ ਆਪਣੇ ਹੀ ਢਿੱਡੋਂ, ਆਪਣੀ ਹੀ ਕੁੱਖੋਂ ਜੰਮੀਆਂ ਬੱਚੀਆਂ ਨੂੰ ਧਕੇਲ ਦਿੰਦੇ ਹਾਂ। ਜਿੱਥੇ ਕਿ ਜਿਵੇਂ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਜ਼ਿਕਰ ਕੀਤਾ ਹੈ ਕਿ ਵਿਆਹੁਤਾ ਜੀਵਨ ਦੇ ਵਿੱਚ ਵੀ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਆਪਣੀਆਂ ਧੀਆਂ ਨੂੰ ਇਹੀ ਕਹਿੰਦੇ ਆ ਕਿ ਹੁਣ ਤੇਰਾ ਦੁੱਖ ਸੁੱਖ ਸਭ ਕੁਝ ਉੱਥੇ ਹੀ ਹੈ ਤੇ ਉਹੀ ਉਹ ਘਰ ਹੈ ਜਿੱਥੋਂ ਤੇਰੀ ਲਾਸ਼ ਹੀ ਜਾਏਗੀ, ਤੂੰ ਸਾਡੇ ਘਰ ਵਾਪਸ ਨਹੀਂ ਆ ਸਕਦੀ। ਤਾਂ ਅੱਜ ਦਾ ਸਮਾਂ 2023 ਦੇ ਵਿੱਚ ਅਸੀਂ ਬੈਠੇ ਹਾਂ। ਅੱਜ ਵੀ ਪਰਿਵਾਰ ਉਹੀ ਸਭ ਕੁਝ ਸੋਚਦੇ ਨੇ। ਬੇਸ਼ੱਕ ਉਹ ਕਹਿੰਦੇ ਹੋਣ ਕਿ ਅਸੀਂ ਮਾਡਰਨ ਹੋ ਗਏ ਆ, ਮਾਡਰਨ ਕੱਪੜੇ ਆਪਣੀਆਂ ਧੀਆਂ ਨੂੰ ਲੈ ਕੇ ਦੇ ਦਿੱਤੇ ਨੇ, ਮਾਡਰਨ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਹਾਂ, ਪਰ ਫਿਰ ਵੀ ਸਾਡੀ ਸੋਚ ਹੈ ਜਿਹੜੀ ਉਹ ਮਾਡਰਨ ਨਹੀਂ ਹੋ ਪਾਈ। ਸਾਡੀ ਸੋਚ ਹੈ ਜਿਹੜੀ ਉਹ ਉੱਥੇ ਦੀ ਉੱਥੇ ਹੀ ਖੜੀ ਹੈ। ਤਾਂ ਹੀ ਸ਼ਾਇਦ ਇਸ ਸਮੇਂ ਦੇ ਦੌਰਾਨ ਵੀ ਲਗਾਤਾਰ ਇਹਨਾਂ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਕਿ ਬੱਚੇ 15 ਤੋਂ 17 ਸਾਲ ਦੀ ਤੱਕ ਦੇ ਹੀ ਤਕਰੀਬਨ ਗੱਲਾਂ ਹੋ ਰਹੀਆਂ ਨੇ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਉਹਨਾਂ ਵੱਲੋਂ ਨਸਾਂ ਵੱਢੀਆਂ ਜਾ ਰਹੀਆਂ ਨੇ, ਉਹਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਨੇ। ਕਿਉਂ ਕੀਤੀਆਂ ਜਾ ਰਹੀਆਂ ਨੇ? ਕਿਉਂ ਪਰਿਵਾਰ ਨੇ ਜਿਹੜੇ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੇ? ਕਿਉਂ ਮਾਵਾਂ ਆਪਣੀਆਂ ਧੀਆਂ ਦੀਆਂ ਬਿਨਾਂ ਕਹੇ ਗੱਲਾਂ ਨਹੀਂ ਸੁਣ ਪਾ ਰਹੀਆਂ? ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਬੋਲ ਕੇ ਦੱਸਦੇ ਹਾਂ, ਪਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਧੀਆਂ ਡਰਦੀਆਂ ਆਪਣੇ ਮਾਪਿਆਂ ਦੇ ਨਾਲ ਕਹਿ ਵੀ ਨਹੀਂ ਸਕਦੀਆਂ। ਤਾਂ ਅਸੀਂ ਉਹ ਮਾਪੇ ਬਣਨਾ ਜਿਹੜਾ ਅਸੀਂ ਆਪਣੀਆਂ ਧੀਆਂ ਦੀਆਂ ਗੱਲਾਂ ਬਿਨਾਂ ਕਹੇ ਹੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪੜ੍ਹ ਲਈਏ, ਉਹਨਾਂ ਦਾ ਚਿਹਰਾ ਪੜ੍ਹ ਲਈਏ ਕਿ ਸਾਡੀ ਧੀ ਕਿਸੇ ਮੁਸ਼ਕਿਲ 'ਚ ਤਾਂ ਨਹੀਂ, ਇਸ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ, ਇਸ ਨੂੰ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕਰ ਰਿਹਾ। ਕਿਉਂਕਿ ਧੀ ਦਾ ਮਾਂ-ਬਾਪ ਦੇ ਨਾਲ ਲਗਾਅ ਬਹੁਤ ਜ਼ਿਆਦਾ ਹੁੰਦਾ ਤੇ ਉਹ ਅਕਸਰ ਹੀ ਚਾਹੁੰਦੀ ਹੁੰਦੀ ਹੈ ਕਿ ਮੇਰੇ ਮਾਂ-ਬਾਪ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ, ਮੇਰੇ ਕਰਕੇ ਕੋਈ ਇਹਨਾਂ ਨੂੰ ਉੱਚਾ ਨੀਵਾਂ ਨਾ ਬੋਲੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਧੀਆਂ ਆਪਣੇ ਆਪ ਤੇ ਜਰ ਜਾਂਦੀਆਂ ਨੇ, ਪਰ ਉਹਨਾਂ ਧੀਆਂ ਦੀ ਪੁਕਾਰ ਸੁਣਨੀ ਜ਼ਰੂਰੀ ਹੈ ਤੇ ਉਹਨਾਂ ਧੀਆਂ ਦੀ ਆਵਾਜ਼ ਜਿਹੜੀ ਬਣਨੀ ਹੈ ਉਹ ਵੀ ਬੇहद ਜ਼ਰੂਰੀ ਹੈ। ਜੀ ਮੈਮ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਹਦੇ ਵਿੱਚ ਮੈਂ 3 ਬਹੁਤ ਹੋਰ ਅਹਿਮ ਕਾਰਨ ਸ਼ਾਮਲ ਕਰਨਾ ਚਾਹੁੰਦੀ ਹਾਂ ਜਿਹੜੇ ਇਸ ਖੋਜ ਵਿੱਚ ਜ਼ਿਕਰ ਕੀਤੇ ਗਏ। ਉਹਨਾਂ ਵਿੱਚ ਇੱਕ ਬਾਂਝਪਨ ਨੂੰ ਲੈ ਕੇ ਗੱਲ ਕੀਤੀ ਗਈ ਕਿ ਏਸ਼ੀਅਨ
ਭਾਵੇਂ ਉਹ ਕੈਨੇਡਾ 'ਚ ਨੇ, ਭਾਵੇਂ ਅਮਰੀਕਾ 'ਚ ਨੇ, ਭਾਵੇਂ ਭਾਰਤ ਵਿੱਚ ਵੀ ਨੇ। ਇਹ ਇੱਕ ਸ਼ਬਦ ਜੋ ਔਰਤ ਉੱਤੇ ਥੋਪ ਦਿੱਤਾ ਗਿਆ, ਜਿਸ ਵਿੱਚ 18-19 ਵਰ੍ਹਿਆਂ ਦੀ ਬੇਟੀ ਦੇ ਵਿੱਚ ਵੀ ਕਸੂਰ ਠਹਿਰਾ ਕੇ ਉਹਨੂੰ ਇਹ ਸ਼ਬਦ ਨਾਲ ਜੋੜ ਕੇ ਚੁਫੇਰਿਓਂ ਤਿਰਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਬਰਾਬਰ ਦੇ ਕਾਰਨ ਨੇ। 50% ਮਰਦ ਇਹੋ ਜਿਹੀ ਬਿਮਾਰੀ ਨਾਲ ਪੀੜਤ ਹੁੰਦੇ ਨੇ, 50% ਔਰਤਾਂ ਵੀ ਇਸ ਚੀਜ਼ ਨਾਲ ਪੀੜਤ ਨੇ, ਜਿਨ੍ਹਾਂ ਦਾ ਇਲਾਜ ਵੀ ਸੰਭਵ ਹੁੰਦਾ ਜੇ ਬਹੁਤਿਆਂ ਦਾ। ਪਰ ਸਿਰਫ ਇਸ ਕਾਰਨ ਕਿ ਉਸ ਮਰਦ ਵਿੱਚ ਨੁਕਸੇ ਉਹ ਨਾ ਦੱਸਿਆ ਜਾਵੇ, ਲੁਕਾ ਲਿਆ ਜਾਵੇ, ਸਾਰੇ ਦਾ ਸਾਰਾ ਕਸੂਰ ਔਰਤ ਦੇ ਉੱਤੇ ਪਾ ਦਿੱਤਾ ਜਾਂਦਾ ਹੈ ਤੇ ਉਹਨੂੰ ਇਹ ਸ਼ਬਦ ਉਹਦੇ ਸਿਰ ਤੇ ਮੜ ਕੇ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਤੈਨੂੰ ਜੀਣ ਹੀ ਨਹੀਂ ਹੈ, ਭਾਵੇਂ ਉਹ ਨਾਰਮਲੀ ਕਿਉਂ ਨਾ ਹੋਵੇ। ਹਾਲ ਇਹ ਵੀ ਦੱਸਿਆ ਗਿਆ ਜੋ ਕਿ ਹਕੀਕਤ ਹੈ, ਮੈਂ ਬਤੌਰ ਡਾਕਟਰ ਦੱਸ ਰਹੀ ਹਾਂ। ਇੱਕ ਮਾਂ ਹੁੰਦਿਆਂ ਹੋਇਆਂ ਵੀ ਇਹ ਸੱਚਾਈ, ਭਾਵੇਂ ਕਹਿੰਦੇ ਆ ਕਿਸੇ ਨੂੰ ਪੀੜ ਹੀ ਹੁੰਦੀ ਹੋਵੇ, ਪਰ ਹਕੀਕਤ ਜੇ ਇਸ ਨੂੰ ਕਰਨ ਵਾਲੀ ਜੋ ਨੇ, ਮੇਰਾ ਖਿਆਲ ਹੈ ਉਹੀ ਸਿਰਫ ਸਭ ਤੋਂ ਵੱਧ ਚੀਕਣਗੇ। ਬਾਕੀਆਂ ਨੂੰ ਜਿਨ੍ਹਾਂ ਨੂੰ ਪਤਾ ਹੈ ਉਹ ਚੀਕਣਗੇ ਨਹੀਂ, ਉਹ ਹੱਲ ਲੱਭਣਗੇ ਕਿ ਕਿਸ ਤਰੀਕੇ ਘਰਾਂ ਦੇ ਵਿੱਚ ਨੂੰਹਾਂ ਨੂੰ ਜੇਠਾਂ ਦੇ ਨਾਲ ਜਾਂ ਦਿਓਰਾਂ ਦੇ ਨਾਲ ਲੜ ਦਿੱਤਾ ਜਾਂਦਾ ਹੈ ਕਿ ਜੇ ਉਹਦਾ ਪਤੀ ਨਪੁੰਸਕ ਹੈ ਤਾਂ ਫਿਰ ਉਹਨਾਂ ਦੇ ਰਾਹੀਂ ਜਾਂ ਇੱਥੋਂ ਤੱਕ ਕਿ ਉਹਨੂੰ ਆਪਣੇ ਸਹੁਰੇ ਤੱਕ ਦੇ ਨਾਲ ਹਮਬਿਸਤਰ ਹੋਣ ਲਈ ਮਜਬੂਰ ਕੀਤਾ ਜਾਂਦਾ। ਜੇ ਇਹ ਕੇਸ ਆਮ ਖਬਰਾਂ ਵਿੱਚ ਵੀ ਨੇ, ਡਾਕਟਰਾਂ ਕੋਲ ਵੀ ਪਹੁੰਚੇ ਨੇ ਕਿ ਕਿਹੜੀਆਂ ਨੂੰਹਾਂ ਨੇ ਆਪਣੇ ਸਹੁਰਿਆਂ ਦੇ ਬੱਚੇ ਜੰਮੇ ਨੇ। ਇਸ ਤਰੀਕੇ ਦੇ ਹਾਲ ਦੇ ਵਿੱਚ ਉਸ ਔਰਤ ਤੇ ਕੀ ਬੀਤਦੀ ਹੈ, ਕੌਣ ਸਮਝਦਾ? ਉਹਨੂੰ ਤਾਂ ਸਿਰਫ ਇੱਕ ਜਿਸਮ ਮੰਨਿਆ ਜਾਂਦਾ ਜੇ ਕਿ ਇਹਦਾ ਕੰਮ ਹੈ ਬੱਚੇ ਜੰਮਣਾ, ਸਾਡੇ ਸਿਰਫ ਨਾਮ ਲੇਵੇ ਲਈ ਪੈਦਾ ਅੱਗੋਂ ਕਰਨ ਵਾਸਤੇ ਹੀ ਹੈ। ਉਹਦੀ ਮਾਨਸਿਕ ਦਸ਼ਾ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਅੱਜ ਤੱਕ ਔਰਤ ਤਾਂ ਸੈਕੰਡ ਰੇਟ ਸਿਟੀਜ਼ਨ ਹੀ ਗਿਣੀ ਜਾਂਦੀ ਰਹੀ ਹੈ। ਜਿਸ ਤਰੀਕੇ ਦੀ ਜਨਮ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਨੂੰ ਪੋਸਟਮਾਰਟਮ ਡਿਪਰੈਸ਼ਨ ਹੁੰਦਾ ਜੇ, ਉਹ ਕਿਸੇ ਨੂੰ ਪਤਾ ਹੀ ਨਹੀਂ, ਇਸ ਕਾਰਨ ਉਹਦਾ ਇਲਾਜ ਹੀ ਨਹੀਂ ਕੀਤਾ ਜਾਂਦਾ। ਬਸ ਕਹਿ ਦਿੱਤਾ ਜਾਂਦਾ ਹੈ ਪੌਲੀ ਹੋ ਗਈ ਜੇ, ਇਹਨੂੰ ਬਾਹਰ ਕੱਢ ਦਿਓ, ਉਹਨੂੰ ਝਾੜੇ ਕਰਾ ਲਓ, ਇਹ ਕਰੋ, ਤੇ ਅਖੀਰ ਉਹ ਮਰ ਜਾਂਦੀ ਜੇ। ਪਰ ਕੀ ਮਜਾਲ ਕਿਸੇ ਨੂੰ ਸਮਝ ਹੋਵੇ ਕਿ ਭਾਈ ਇਹ 1-1 ਸਾਲ ਤੱਕ ਇਹ ਮਾਨਸਿਕ ਰੋਗ ਤੁਰਿਆ ਜਾਂਦਾ ਜੇ। ਹਾਰਮੋਨਸ ਨੇ, ਕੋਈ ਚੀਜ਼ ਅਜਿਹੀ ਹੈ ਜਿਸ ਨੂੰ ਸਮਝ ਲਓ, ਉਹਦਾ ਇਲਾਜ ਕਰਾ ਲਓ, ਉਹ ਠੀਕ ਹੋ ਸਕਦੀ ਜੇ। ਪਰ ਔਰਤ ਦੀ ਹਰ ਬਿਮਾਰੀ ਨੂੰ ਸਿਰਫ ਇਹੀ ਕਹਿ ਕੇ ਕਿ ਇਹਦਾ ਧੌਲਾ ਕਰਾ ਲਵੋ, ਇਹਨੂੰ ਕੁਛ ਚੜ ਗਿਆ, ਇਹਨੂੰ ਇਲਾਜ ਦੀ ਲੋੜ ਨਹੀਂ, ਇਹ ਬਹਾਨੇ ਕਰਦੀ ਹੈ, ਇੰਨਾ ਕੁਝ ਸੁਣਨਾ ਪੈਂਦਾ ਹੈ ਕਿ ਬਤੌਰ ਇੱਕ ਡਾਕਟਰ ਸਾਡੇ ਸਾਹਮਣੇ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਔਰਤ ਲੈ ਆਣ ਤੇ ਬਹੁਤੀ ਵਾਰ ਉਹਦਾ ਪਤੀ ਜਾਂ ਉਹਦੇ ਸਹੁਰਾ ਸਾਹਿਬ ਕਹਿਣਗੇ ਪਖੰਡ ਕਰ ਰਹੀ ਹੈ ਜੀ, ਇਹਨੂੰ ਛੱਡੋ, ਤੁਸੀਂ ਇਹਦਾ ਟੀਕਾ ਟੂਕਾ ਲਾਓ, ਗਲੂਕੋਜ਼ ਚੜਾਓ, ਘਰ ਭੇਜੋ, ਸਮਝਾਈ ਜਾਓ ਕਿ ਨਹੀਂ ਜੀ ਇਹਨੂੰ ਲੋੜ ਏ, ਬਿਮਾਰੀ ਹੈ, ਮਾਨਸਿਕ ਰੋਗ ਹੈ, ਪਰ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ, ਨਾ ਇਲਾਜ ਕਰਵਾਉਣ ਨੂੰ ਤਿਆਰ ਹੁੰਦੇ ਨੇ। ਖੈਰ, ਇਹਦੇ ਵਿੱਚ ਇੱਕ ਹੋਰ ਅਹਿਮ ਕਾਰਨ ਜੋ ਤੀਸਰਾ ਮੈਂ ਦੱਸਣਾ ਚਾਹੁੰਦੀ ਹਾਂ, ਇਹ ਅੰਕੜੇ ਹੀ ਨੇ, ਮੈਂ ਪੜ੍ਹ ਕੇ ਹੀ ਦੱਸ ਦਿੰਨੀ ਹਾਂ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਚਾਈਲਡਹੁੱਡ ਸੈਕਸ ਅਬਿਊਜ਼, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਇਹ ਨੌਜਵਾਨ ਬੇਟੀਆਂ ਖੁਦਕੁਸ਼ੀਆਂ ਵੱਲ ਜਾ ਰਹੀਆਂ ਨੇ, ਹਰ 5 ਚੋਂ 1 ਬੇਟੀ ਆਪਣੇ ਘਰ ਵਿੱਚ ਆਪਣੇ ਪਿਓ, ਚਾਚੇ, ਤਾਏ, ਭਰਾ ਕਿਸੇ ਦੇ ਵੀ ਹੱਥੋਂ ਸਰੀਰਕ ਸ਼ੋਸ਼ਣ ਬਚਪਨ ਵਿੱਚ ਸਹਿ ਚੁੱਕੀ ਹੁੰਦੀ ਜੇ। ਪਰ ਉਹਦਾ ਕਦੇ ਵੀ ਇਲਾਜ ਕਰਵਾਉਣ ਦੀ ਤਾਂ ਗੱਲ ਦੂਰ, ਜ਼ਿਕਰ ਵੀ ਨਹੀਂ ਬਾਹਰ ਕੱਢਿਆ ਜਾਂਦਾ ਕਿ ਘਰ ਦੀ ਇੱਜ਼ਤ ਘਰ 'ਚ ਹੀ ਰਵੇ, ਕਾਰਾ ਕਰਨ ਵਾਲਾ ਵੀ ਘਰ ਦਾ ਹੀ ਏ, ਤੇ ਬੱਚੀ ਦੇ ਬਾਰੇ ਤਾਂ ਜੇ ਗੱਲ ਕੀਤੀ ਜੀ ਵਿਆਹ ਨਹੀਂ ਹੋ ਸਕਣਾ। ਸੋ ਇਸ ਕਾਰਨ ਉਹਦਾ ਇਲਾਜ ਤਾਂ ਕਦੇ ਕੀਤਾ ਹੀ ਨਹੀਂ ਜਾਂਦਾ। ਜਿਸ ਤਰੀਕੇ ਦੇ ਮਾਨਸਿਕ ਰੋਗ ਨਾਲ ਪੀੜਤ ਹੋ ਕੇ ਜਵਾਨ ਹੁੰਦੀ ਜੇ, ਉਹ ਨਾ ਤਾਂ ਕਿਸੇ ਨਾਲ ਕੋਈ ਸਰੀਰਕ ਸੰਬੰਧ ਵਧੀਆ ਬਣਾ ਸਕਦੀ ਜੇ, ਨਾ ਮਾਨਸਿਕ ਸੰਬੰਧ ਵਧੀਆ ਗੰਢ ਸਕਦੀ ਜੇ, ਕਿਉਂਕਿ ਉਹਨੂੰ ਨਫ਼ਰਤ ਹੁੰਦੀ ਜੇ ਆਦਮਜ਼ਾਤ ਦੇ ਨਾਲ ਕਿ ਮੇਰੇ ਨਾਲ ਧੱਕਾ ਹੋਇਆ, ਜਿਸ ਬਾਰੇ ਕਿਤੇ ਸੁਣਵਾਈ ਨਹੀਂ ਹੋਈ, ਮੇਰੀ ਮਾਂ ਵੀ ਆਪਣੇ ਮੇਰੇ ਨਾਲ ਖੜੀ ਨਹੀਂ ਹੋਈ। ਉਹ ਚੀਜ਼ ਇੱਕ ਬੇਟੀ ਨੂੰ ਪੂਰਨ ਰੂਪ ਵਿੱਚ ਤੋੜ ਦਿੰਦੀ ਹੈ। ਉਹਨੂੰ ਜ਼ਿੰਦਗੀ ਪ੍ਰਤੀ ਉਹਦਾ ਨਜ਼ਰੀਆ ਹੀ ਤਬਦੀਲ ਹੋ ਜਾਂਦਾ, ਉਹ ਜੀਣਾ ਨਹੀਂ ਚਾਹੁੰਦੀ, ਉਹ ਖੁਦਕੁਸ਼ੀ ਨੂੰ ਤਰਜੀਹ ਦਿੰਦੀ ਜੇ। ਇਹ ਚੀਜ਼ਾਂ ਕੌਣ ਨੇ ਕਰਨ ਵਾਲੇ, ਕੌਣ ਨੇ ਇਸ 'ਚ ਜ਼ਿੰਮੇਵਾਰ? ਜੇ ਮਾਂ ਵੀ ਓਨੀ ਗਿਣੀ ਜਾਵੇ, ਮੈਂ ਤਾਂ ਓਨੀ ਹੀ ਗਿਣਦੀ ਆ ਜਿਹੜੀ ਆਵਾਜ਼ ਚੁੱਕਣ ਤੋਂ ਡਰਦੀ ਹੈ ਜੀ। ਆਖਰ ਕਿਹੜੇ ਸਮਾਜ ਨੂੰ ਅਸੀਂ ਨੰਗਾ ਕਰਨ ਤੋਂ ਡਰਦੇ ਹਾਂ? ਇਹ ਤੇ ਹੈ ਹੀ ਆਦਮਖੋਰਾਂ ਨਾਲ ਭਰਿਆ ਹੋਇਆ, ਸਿਰਫ ਮੂੰਹ ਦੇ ਉੱਤੇ ਮੁਖੌਟਾ ਹੀ ਇਨਸਾਨੀਅਤ ਦਾ ਚਾੜਿਆ ਹੋਇਆ।
ਕਿ ਜਿਹੜੀਆਂ ਆਪਣੇ ਘਰਾਂ ਵਿੱਚ ਆਪਣੀਆਂ ਬੇਟੀਆਂ ਨਹੀਂ ਛੱਡਦਾ, ਹੂੰ ਬਾਹਰ ਨਿਕਲਦੀਆਂ ਗਲੀ ਮੁਹੱਲਿਆਂ ਦੇ ਵਿੱਚ ਉਹਨਾਂ ਤੇ ਮਾੜੀ ਨਜ਼ਰ ਪਾਉਂਦਾ ਜੇ, ਤੇਜ਼ਾਬ ਸੁੱਟ ਦਿੰਦਾ ਜੇ, ਦਾਜ ਖਾਤਰ ਸਾੜ ਦਿੰਦਾ ਜੇ, ਤੇ ਫਿਰ ਸਰਹੱਦੋਂ ਪਾਰ ਮਨੁੱਖੀ ਤਸਕਰੀ ਲਈ ਵੀ ਵਰਤਦਾ ਜੇ। ਤੇ ਫਿਰ ਜੇ ਆਪਣੀ ਹੀ ਅਗਾਂਹ ਵਧਣ ਵਿੱਚ ਕਿਸੇ ਨੌਕਰੀ ਵਿੱਚ ਉਹਨੇ ਲੈਣੀ ਹੋਵੇ ਕੁਝ ਅਗਾਂਹ ਵਧਣ ਲਈ ਕੁਝ ਵੀ, ਤਾਂ ਵੀ ਆਪਣੀ ਹੀ ਬੀਵੀ ਨੂੰ ਵਰਤ ਰਿਹਾ ਹੋਵੇ ਜਾਂ ਆਪਣੀ ਬੇਟੀ ਨੂੰ ਵਰਤ ਰਿਹਾ ਹੋਵੇ। ਤੇ ਜੀ ਫਿਰ ਜਦੋਂ ਇਹ ਹਾਲਤ ਆ ਜਾਏ ਕਿ ਕਰਜ਼ਾ ਲਾਉਣ ਪਿੱਛੇ 50-50 ਰੁਪਏ ਲਈ ਧੀਆਂ ਸਾਹੂਕਾਰਾਂ ਕੋਲ ਜਾ ਰਹੀਆਂ ਹੋਣ, ਤਾਂ ਤੁਸੀਂ ਸਮਝ ਸਕਦੇ ਹੋ ਕਿ ਸਮਾਜ ਦੇ ਨਿਗਾਰ ਦੀ ਅੱਤ ਹੋਈ ਪਈ ਹੈ। ਜੀ ਪਰ ਇਹ ਸੁਣਨ ਲੱਗਿਆ ਸਾਡੇ ਹਿਰਦੇ ਵਿੰਨੇ ਜਾਂਦੇ ਨੇ, ਕਿਉਂਕਿ ਜਿਹੜੇ ਚੰਗੇ ਲੋਕ ਨੇ ਉਹਨਾਂ ਲਈ ਇਹ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਨੂੰ ਏਦਾਂ ਲੱਗਦਾ ਜਿਵੇਂ ਪਿਘਲਿਆ ਸ਼ੀਸ਼ਾ ਕੰਨਾਂ ਵਿੱਚ ਵੜ ਰਿਹਾ ਹੋਵੇ। ਹੂੰ ਪਰ ਜਦੋਂ ਹਕੀਕਤਾਂ ਪੜ੍ਹਨੀਆਂ ਪੈਣ, ਜ਼ਰਾ ਅੰਦਾਜ਼ਾ ਲਾਓ, ਮੈਂ ਵੀ ਮਾਂ, ਤੁਸੀਂ ਵੀ ਨਵਦੀਪ ਜੀ ਮਾਂ ਹੋ, ਜੀ ਇਹੋ ਜਿਹੀਆਂ ਜਦੋਂ ਸਾਡੇ ਕੋਲ ਖੋਜਾਂ ਆਈਆਂ ਹੋਣ ਜਿਹਦੇ ਵਿੱਚ ਅੰਕੜੇ ਇਹੋ ਜਿਹੇ ਅੰਤਰਰਾਸ਼ਟਰੀ ਪੱਧਰ ਤੇ ਸਾਹਮਣੇ ਆ ਜਾਣ, ਹੂੰ ਤਾਂ ਦੱਸੋ ਇਹ ਚੀਕਾਂ ਕਿਹਨਾਂ ਨੂੰ ਸੁਣਾਈਏ। ਹੂੰ ਉਹ ਬੇਟੀਆਂ ਜਿਹੜੀਆਂ ਮਰ ਖੱਪ ਗਈਆਂ, ਕੋਈ ਉਹਨਾਂ ਦੀ ਆਵਾਜ਼ ਬਣੇਗਾ ਵੀ ਕਿ ਅਸੀਂ ਇਹ ਖਬਰਾਂ ਹੀ ਪੜ੍ਹਨ ਤੱਕ ਸੀਮਤ ਹੋ ਜਾਵਾਂਗੇ। ਜੀ ਸੈਲਿਊਟ ਕਰਦੀ ਹਾਂ ਮੈਂ ਨਵਦੀਪ ਜੀ, ਗਲੋਬਲ ਟੀਵੀ ਚੈਨਲ ਸਾਰੇ, ਹਰ ਨੁਮਾਇੰਦੇ ਨੂੰ ਜਿਹੜਾ ਇਸ ਤਰ੍ਹਾਂ ਦੇ ਜ਼ੁਲਮ ਨੂੰ ਉਜਾਗਰ ਕਰਨ ਲਈ ਜਿਗਰਾ ਵਿਖਾ ਸਕਿਆ, ਹੂੰ ਕਿਉਂਕਿ ਇਹ ਸੌਖਾ ਨਹੀਂ ਹੁੰਦਾ। ਜੀ ਬੇਟੀਆਂ ਦਾ ਜੋ ਜ਼ੁਲਮ ਹੋਇਆ ਸਾਹਮਣੇ ਲਿਆਉਣਾ, ਉਹਦੇ ਲਈ ਸੱਚਮੁੱਚ ਬੜੀ ਵਾਰ ਅੰਦਰ ਹੰਝੂ ਲਗਾਉਣੇ ਪੈਂਦੇ। ਬਿਲਕੁਲ ਪਰ ਮੈਨੂੰ ਉਹ ਵੀ ਚੇਤੇ ਹੈ ਕਿ ਕਿਸ ਤਰੀਕੇ ਮਾਵਾਂ ਨੂੰ ਜੋ ਆਪ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ, ਹੂੰ ਜਿਨ੍ਹਾਂ ਦੇ ਆਪ ਗੁੱਟ ਤੋੜ ਦਿੱਤੇ ਜਾਂਦੇ ਨੇ, ਜਿਹੜੀਆਂ ਆਪ ਜਿਨ੍ਹਾਂ ਦੀਆਂ ਜੀਭਾਂ ਤੱਕ ਕੱਟ ਦਿੱਤੀਆਂ ਜਾਂਦੀਆਂ ਨੇ, ਜਦੋਂ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਬੇਟੀਆਂ ਨਾਲ ਜ਼ੁਲਮ ਹੁੰਦਾ ਜੇ, ਜੀ ਜਿਸ ਤਰੀਕੇ ਦੇ ਉਹ ਹੰਝੂ ਵਹਾਉਂਦੀਆਂ ਨੇ ਨਾ, ਸੱਚਮੁੱਚ ਉਹਨਾਂ ਹੰਝੂਆਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਮਰ ਖੱਪ ਗਈਆਂ ਉਹ ਅਜਾਈ ਨਾ ਜਾਣ, ਪਰ ਜਿਹੜੀਆਂ ਆ ਰਹੀਆਂ ਨੇ ਬੇਟੀਆਂ, ਉਹਨਾਂ ਲਈ ਅਸੀਂ ਸਾਰੇ ਚੰਗੇ ਲੋਕਾਂ ਦਿੰਦੇ ਹਾਂ ਕਿ ਜਿਹੜੇ ਇਸ ਤਰੀਕੇ ਦੇ ਮਾੜੇ ਕਾਰੇ ਕਰਨ ਵਾਲੇ ਨੇ, ਇਹਨਾਂ ਦੇ ਵਿਰੁੱਧ ਇਕਜੁੱਟ ਹੋਈਏ, ਆਵਾਜ਼ ਚੁੱਕੀਏ। ਜੇ ਇਹੀ ਸਪੀਡ ਨਾਲ, ਜੋ ਕਿ ਕਹਿ ਰਹੇ ਨੇ 113% ਵੱਧ ਜਾਣਾ ਹਿੰਸਾ ਦਾ ਔਰਤਾਂ ਦੇ ਵਿਰੁੱਧ, ਸਮਝ ਲਈਏ ਕਿ ਇਹੀ ਵਰਤਾਰਾ ਰਿਹਾ ਤਾਂ ਮਨੁੱਖੀ ਜਾਤ ਦਾ ਜਨਮ ਨਹੀਂ ਜੇ ਹੋ ਸਕਣਾ। ਇਹਨਾਂ ਬੇਟੀਆਂ ਦਾ ਬਚਣਾ ਬਹੁਤ ਜ਼ਰੂਰੀ ਜੇ। ਜੀ ਜੇ ਗਲੀ ਮੁਹੱਲੇ 'ਚ ਇੱਕ ਬੇਟੀ ਦਿਸੇਗੀ ਤਾਂ ਮਰਦ ਆਪਣੇ ਸਰੀਰਕ ਹਵਸ ਨੂੰ ਪੂਰਾ ਕਰਨ ਲਈ ਉਹਨੂੰ ਛੱਡਣ ਨਹੀਂ ਜੇ ਲੱਗਾ। ਇਹਦਾ ਮਤਲਬ ਇਹੋ ਜੇ ਸਾਨੂੰ ਬੇਟੀਆਂ ਹਰ ਹਾਲ ਵਿੱਚ ਬਚਾਉਣ ਦੀ ਲੋੜ ਏ, ਤੇ ਇਹਨਾਂ ਲਈ ਆਵਾਜ਼ ਵੀ ਚੁੱਕਣ ਦੀ ਲੋੜ ਏ। ਜਦੋਂ ਪਤਾ ਲੱਗਦਾ ਜੇ ਇੱਕ ਬੇਟੀ ਤੇ ਜ਼ੁਲਮ ਹੋ ਰਿਹਾ, ਤਾਂ ਪੂਰਾ ਮੁਹੱਲਾ ਖੜਾ ਹੋਣਾ ਚਾਹੀਦਾ ਕਿ ਇਹ ਬੇਟੀਆਂ ਸਾਡੀਆਂ ਸਾਂਝੀਆਂ ਨੇ। ਤੇ ਜੇ ਕੋਈ ਕਾਰਾ ਮਾੜਾ ਕਰਨ ਵਾਲਾ ਜੇ ਕਿ ਰਾਤ ਨੂੰ ਸਾਡੀ ਬੇਟੀ ਤੇ ਹੱਲਾ ਹੋਣਾ ਜੇ, ਤਾਂ ਉਸ ਟੱਬਰ ਦਾ ਬਾਈਕਾਟ ਕਦੋਂ ਕਰਨਾ ਸਿੱਖਾਂਗੇ ਕਿ ਇਸ ਟੱਬਰ ਦੇ ਪੁੱਤਰ ਨੇ ਕਿਸੇ ਹੋਰ ਦੀ ਧੀ ਤੇ ਮਾੜੀ ਨਜ਼ਰ ਪਾਈਏ। ਤਾਂ ਬਾਈਕਾਟ ਉਸ ਦਾ ਹੋਣਾ ਚਾਹੀਦਾ ਕਿ ਪੂਰੇ ਸਮਾਜ ਵਿੱਚੋਂ ਇੱਕ ਵੀ ਜਿਹੜਾ ਆਪਣੀ ਧੀ ਉਸ ਘਰ ਵਿੱਚ ਨਾ ਦਵੇ, ਕਿ ਜਿਹੜਾ ਦੂਜੇ ਦੀ ਧੀ ਨੂੰ ਚੱਬ ਜਾਣ ਵਾਲਾ ਜੇ ਉਹ ਸਾਡੀ ਵੀ ਧੀ ਚੱਬੇਗਾ, ਅਸੀਂ ਇਸ ਘਰ ਦੇ ਨਾਲ ਕੋਈ ਨਾਤਾ ਹੀ ਨਹੀਂ ਜੋੜਨਾ। ਫਿਰ ਹੀ ਸਮਝ ਆਏਗਾ ਕਿ ਕਦੋਂ ਇਹ ਜ਼ੁਲਮ ਤੇ ਕਿਵੇਂ ਰੁਕਣਾ ਜੇ। ਸੋ ਸਭ ਤੋਂ ਪਹਿਲਾਂ ਸਪੋਰਟ ਸਿਸਟਮ ਤਿਆਰ ਕਰੀਏ ਜੀ, ਜਿਹੜਾ ਸਾਡੀਆਂ ਇਹਨਾਂ ਨੌਜਵਾਨ ਬੇਟੀਆਂ ਨੂੰ ਪੋਜ਼ਿਟਿਵਿਟੀ ਵੱਲ ਲਿਜਾਵੇ, ਕੋਈ ਏਮ ਦੇਵੇ, ਉਹਨਾਂ ਨੂੰ ਦੱਸੇ ਕਿ ਔਖਾ ਸਮਾਂ ਆਉਂਦਾ, ਜੂਝਣਾ ਕਿਵੇਂ ਹੈ। ਇਹਨਾਂ ਨੂੰ ਫਿਜ਼ੀਕਲੀ ਸਟਰੋਂਗ ਕਰੀਏ, ਮੈਂਟਲੀ ਸਟਰੋਂਗ ਕਰੀਏ। ਪਰ ਨਾਲੋਂ ਨਾਲ ਜਿਹੜੇ ਬੇਟੇ ਜਿਸ ਟੱਬਰ ਦੇ ਅਜਿਹਾ ਕਾਰਾ ਕਰਦੇ ਆ, ਸੋਸ਼ਲ ਬਾਈਕਾਟ ਹੋਣੀ ਚਾਹੀਦੀ ਹੈ ਕਿ ਉਸ ਟੱਬਰ ਦਾ ਨਾਮੋ ਨਿਸ਼ਾਨ ਨਹੀਂ ਜੇ ਰਹਿਣਾ ਚਾਹੀਦਾ। ਉਸ ਟੱਬਰ ਵਿੱਚ ਜਿੱਥੇ ਇਹੋ ਜਿਹੇ ਹੈਵਾਨ ਨੇ, ਉੱਥੇ ਕਦੇ ਵੀ ਅਗਲਾ ਬੀਜ ਕਿਸੇ ਹੋਰ ਹੈਵਾਨ ਦਾ ਨਹੀਂ ਪਨਪਣਾ ਚਾਹੀਦਾ। ਤਾਂ ਹੀ ਅਸੀਂ ਇਸ ਕਾਰੇ ਨੂੰ ਰੋਕ ਸਕਾਂਗੇ। ਸੋ ਅੱਜ ਦਾ ਤਾਂ ਇੱਕ ਮੌਕਾ ਹੀ ਸੀ ਸਾਰਿਆਂ ਲਈ ਕਿ ਉੱਠੋ, ਜਾਗੋ। ਘੱਟੋ ਘੱਟ ਅਸੀਂ ਆਪਣੇ ਜਿਉਂਦੇ ਹੋਣ ਦਾ ਸਬੂਤ ਦਈਏ ਕਿ ਇਹ ਜ਼ੁਲਮ ਹੈ ਤੇ ਜ਼ੁਲਮ ਦੇ ਵਿਰੁੱਧ ਅਸੀਂ ਇਕਜੁੱਟ ਹਾਂ, ਅਸੀਂ ਖੜੇ ਹਾਂ। ਤੇ ਪੰਜਾਬੀ ਤਾਂ ਮੈਨੂੰ ਪਤਾ ਜੇ ਜਦੋਂ ਆਪਣੇ ਆਈ ਤੇ ਆ ਜਾਣ ਬੜੀ ਜ਼ੋਰਦਾਰ ਆਵਾਜ਼ ਚੁੱਕਦੇ ਨੇ। ਸੋ ਆਓ ਅਸੀਂ ਨਿਤਰੀਏ ਮੈਦਾਨ ਵਿੱਚ ਤੇ ਇਹੋ ਜਿਹੇ ਜ਼ੁਲਮ ਹੁੰਦੇ ਵੇਖ ਕੇ ਆਵਾਜ਼ ਚੁੱਕੀਏ ਕਿ ਅਸੀਂ ਹੁਣ ਇਹ ਹੋਰ ਨਹੀਂ ਹੋਣ ਦੇਣਾ। ਬਿਲਕੁਲ ਮੈਮ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ
ਆਵਾਜ਼ ਚੁੱਕਣ ਦੀ ਬੇਹੱਦ ਜ਼ਰੂਰਤ ਹੈ ਕਿ ਅਸੀਂ ਹੁਣ ਇਹ ਬਿਲਕੁਲ ਵੀ ਹੋਣ ਨਹੀਂ ਦੇਣਾ। ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਕਿ ਜਦੋਂ ਕਿਸੇ ਧੀ ਭੈਣ ਦੇ ਨਾਲ ਧੱਕਾ ਹੁੰਦਾ ਹੈ, ਉਹ ਭਾਵੇਂ ਕਿਸੇ ਪਰਿਵਾਰਕ ਮੈਂਬਰ ਵੱਲੋਂ ਹੋਵੇ ਜਾਂ ਕਿਤੋਂ ਹੋਰ ਹੋਵੇ, ਤਾਂ ਅਕਸਰ ਪਰਿਵਾਰ ਇਹ ਗੱਲ ਕਹਿ ਕੇ ਦੱਬ ਲੈਂਦਾ ਹੈ ਕਿ ਜੇ ਅਸੀਂ ਕੰਪਲੇਂਟ ਕਰਾਂਗੇ ਜਾਂ ਫਿਰ ਕਿਸੇ ਨੂੰ ਦੱਸਾਂਗੇ ਤਾਂ ਸਾਡੀ ਧੀ ਦੀ ਹੀ ਬਦਨਾਮੀ ਹੋਣੀ ਆ, ਸਾਡੇ ਟੱਬਰ ਦੀ ਬਦਨਾਮੀ ਹੋਣੀ ਹੈ, ਅਸੀਂ ਕਿਸੇ ਨੂੰ ਇਹ ਗੱਲ ਨਹੀਂ ਦੱਸ ਸਕਦੇ ਤਾਂ ਚੁੱਪ ਹੀ ਰਹਿ ਲਿਆ ਜਾਵੇ। ਪਰਿਵਾਰ ਚੁੱਪ ਬਹਿ ਜਾਂਦਾ, ਕਿਸੇ ਕੋਲੇ ਗੱਲਬਾਤ ਨਹੀਂ ਹੁੰਦੀ। ਤਾਂ ਤੁਹਾਡੀ ਗੱਲ ਸਹੀ ਹੈ ਕਿ ਉਹ ਚੀਜ਼ਾਂ ਉਸ ਬੱਚੀ ਦੇ ਜ਼ਿਹਨ 'ਚੋਂ ਨਹੀਂ ਜਾਂਦੀਆਂ ਸਾਰੀ ਉਮਰ, ਜਿੱਥੇ ਉਸ ਨੂੰ ਆਪਣੇ ਮਾਪਿਆਂ ਦੇ ਨਾਲ, ਆਪਣੇ ਘਰਦਿਆਂ ਦੇ ਨਾਲ ਤੇ ਉਸ ਸਮਾਜ ਦੇ ਨਾਲ ਵੀ ਨਫ਼ਰਤ ਹੋ ਜਾਂਦੀ ਹੈ, ਜੋ ਉਸ ਦੇ ਉਸ ਔਖੇ ਵੇਲੇ ਦੇ ਵਿੱਚ ਨਾਲ ਨਹੀਂ ਖੜਦਾ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਦਰਅਸਲ ਮਾਵਾਂ ਨੂੰ ਵੀ ਹੁਣ ਚੁੱਪੀ ਤੋੜਨੀ ਪਏਗੀ ਕਿ ਜੇ ਉਹਨਾਂ ਦੀਆਂ ਧੀਆਂ ਨਾਲ ਜ਼ੁਲਮ ਹੋਇਆ ਜਾਂ ਆਪ ਉਹ ਜ਼ੁਲਮ ਸਹਿ ਚੁੱਕੀਆਂ ਨੇ, ਤਾਂ ਭਈ ਹੁਣ ਹੋਰ ਤਾਂ ਨਾ ਆਪਣੀਆਂ ਬੇਟੀਆਂ ਨੂੰ ਸ਼ਿਕਾਰ ਬਣਨ ਦਿਓ, ਖੜੀਆਂ ਹੋਵੋ। ਕਿਉਂਕਿ ਜੇ ਅਸੀਂ ਦੇਖਦੇ ਹਾਂ, ਮਰਦ ਜ਼ਾਤ ਦਾ ਸਿਰ ਝੁਕਦਾ ਜੇ ਮਾਂ ਚੰਡੀ ਅੱਗੇ ਜਾਂ ਮਾਂ ਦੁਰਗਾ ਅੱਗੇ। ਅਫਸੋਸ ਕਿ ਸਾਡੀਆਂ ਬੇਟੀਆਂ ਨੂੰ ਸਗੋਂ ਛੇਤੀ ਕਿਤੇ ਅਗਾਂਹ ਵਧਣ ਲਈ ਜਿਸਮ ਦੀ ਨੁਮਾਇਸ਼ ਕਰਨ ਪਾਸੇ, ਜਿਸ ਪਾਸੇ ਨੂੰ ਤੋਰ ਦਿੱਤਾ ਗਿਆ ਹੈ ਸਮਾਜ ਵੱਲੋਂ ਹੀ, ਕਿ ਜੇ ਤੁਸੀਂ ਬਹੁਤ ਜ਼ਿਆਦਾ ਵਿਊਜ਼ ਲੈਣੇ ਨੇ, ਬਹੁਤ ਛੇਤੀ ਉਚਾਈਆਂ ਤੇ ਚੜ੍ਹਨਾ ਜੇ, ਬਹੁਤ ਜ਼ਿਆਦਾ ਮਕਬੂਲ ਹੋਣਾ ਜੇ, ਤਾਂ ਢੰਗ ਤਰੀਕਾ ਇਹੋ ਜੇ ਕਿ ਤੁਸੀਂ ਜਿੰਨੇ ਘੱਟ ਵਸਤਰ ਪਾਓਗੇ, ਜਿਸਮ ਦੀ ਨੁਮਾਇਸ਼ ਕਰੋਗੇ, ਉਦੋਂ ਹੀ ਤੁਹਾਡੀ ਵਾਹਵਾਹੀ ਹੋਏਗੀ ਜੀ। ਤਾਂ ਇਸ ਪਾਸੇ ਵੱਲ ਨੂੰ ਤੋਰਨ ਵਾਲਾ ਵੀ ਕੌਣ ਹੈ? ਧਿਆਨ ਕਰੀਏ ਤਾਂ ਉੱਥੇ ਵੀ ਮਰਦ ਪ੍ਰਧਾਨ ਸਮਾਜ ਹੀ ਹੈ ਜਿੱਥੇ ਇਹਨਾਂ ਬੇਟੀਆਂ ਨੂੰ ਤੋਰਦਾ ਹੈ। ਸੋ ਉਸ ਪੱਖੋਂ ਵੀ ਸਾਨੂੰ ਬੇਟੀਆਂ ਨੂੰ ਸੁਚੇਤ ਕਰਨਾ ਪਏਗਾ ਕਿ ਭਾਈ ਦਿਮਾਗ ਅਗਾਂਹ ਲੈ ਕੇ ਜਾਓ, ਨਾ ਕਿ ਸਰੀਰ ਨੂੰ ਨਿਰਵਸਤਰ ਕਰਕੇ ਅਗਾਂਹ ਲੰਘੋ। ਦਰਅਸਲ ਨਵਦੀਪ ਜੀ, ਜੇ ਇਸ ਅਹਿਮ ਮੁੱਦੇ ਵੱਲ ਅਸੀਂ ਬੇਟੀਆਂ ਨੂੰ, ਕਿਉਂਕਿ ਇਹ ਬਹੁਤ ਗੁੰਮਰਾਹਕੁਨ ਰਸਤਾ ਜੇ ਜਿੱਥੇ ਇਹ ਸਮਾਜ, ਖਾਸ ਤੌਰ ਤੇ ਮਰਦ ਪ੍ਰਧਾਨ ਸਮਾਜ, ਆਪਣੀ ਵਿਊਅਰਸ਼ਿਪ ਲਈ, ਆਪਣੀ ਕਮਾਈ ਲਈ ਉਹਨਾਂ ਬੇਟੀਆਂ ਨੂੰ ਚੁਣਦਾ ਜੇ ਜਿਹੜੀਆਂ ਬਹੁਤ ਅਗਾਂਹ ਵਧਣ ਦੀਆਂ ਇੱਛੁਕ ਹੋਣ, ਛੇਤੀ ਨਾਮ ਕਮਾਉਣ ਦੀਆਂ ਇੱਛੁਕ ਹੋਣ, ਗਰੀਬੀ ਚੋਂ ਨਿਕਲੀਆਂ ਹੋਣ। ਉਹਨਾਂ ਨੂੰ ਜਦੋਂ ਇਹ ਰਾਹ ਦਿਖਾ ਦਿੱਤਾ ਜਾਂਦਾ ਜੇ ਕਿ ਦੇਖੋ ਕਿੰਨੀ ਵਾਹਵਾਹੀ, ਕਿੰਨੀ ਖਲਕਤ ਤੁਹਾਡੇ ਪਿੱਛੇ ਹੈ, ਤਾਂ ਉਹ ਛੇਤੀ ਅਗਾਂਹ ਵਧਣ ਦੇ ਚੱਕਰ ਵਿੱਚ ਜਿਸ ਤਰੀਕੇ ਹੌਲੀ ਹੌਲੀ ਆਪਣੇ ਸਰੀਰ ਨੂੰ ਜਾਂ ਨੰਗੇਜ਼ ਨੂੰ ਅਗਾਂਹ ਲਿਆਉਣ ਦੀ ਯਤਨ ਵਿੱਚ ਜੁਟਦੀਆਂ ਨੇ ਜੀ, ਉਦੋਂ ਉਹ ਬੜਾ ਔਖਾ ਰਾਹ ਹੁੰਦਾ ਜੇ, ਜਿੱਥੇ ਸ਼ੁਰੂਆਤੀ ਦੌਰ ਵਿੱਚ ਭਾਵੇਂ ਉਹ ਇਸ ਪਾਸੇ ਨੂੰ ਤੁਰਦੀਆਂ ਉਹਨਾਂ ਨੂੰ ਲੱਗਦਾ ਹੋਏ ਅਸੀਂ ਬਹੁਤ ਉਚਾਈ ਵੱਲ ਜਾ ਰਹੇ ਹਾਂ, ਪਰ ਜਿਸ ਤਰੀਕੇ ਦਾ ਉਹਦੇ ਅੰਦਰਲਾ ਦਰਦ ਜੇ ਉਹ ਵੀ ਬਹੁਤ ਵਾਰ ਛਲਕਿਆ ਜੇ। ਕਿਵੇਂ ਸਾਡੇ ਬਹੁਤ ਅਗਾਂਹ ਲੰਘ ਚੁੱਕੀਆਂ ਕਈ ਟੌਪ ਮੋਸਟ ਹੀਰੋਇਨਸ ਨੇ ਵੀ ਜਦੋਂ ਆਪਣੀ ਅਸਲ ਜ਼ਿੰਦਗੀ ਬਾਰੇ ਦੱਸਿਆ, ਕਿਵੇਂ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਜੇ, ਕਿਵੇਂ ਮਾਨਸਿਕ ਸ਼ੋਸ਼ਣ ਉਹਨਾਂ ਦਾ, ਸਰੀਰਕ ਸ਼ੋਸ਼ਣ ਉਹਨਾਂ ਦਾ, ਤੇ ਕਿਵੇਂ ਫਿਰ ਚੁੱਪ ਵੱਟ ਲਈ ਜਾਂਦੀ ਜੇ, ਕਿਵੇਂ ਵਰਤ ਕੇ ਉਹਨਾਂ ਨੂੰ ਸੁੱਟਿਆ ਜਾਂਦਾ ਜੇ, ਕਿਸ ਤਰੀਕੇ ਦੀ ਨਰਕ ਭਰੀ ਜ਼ਿੰਦਗੀ ਉਹ ਬਤੀਤ ਕਰਦੀਆਂ ਨੇ, ਕਿੰਨਾ ਬੇਹੂਦਾ ਉਹਨਾਂ ਦਾ ਅੰਤ ਹੁੰਦਾ ਜੇ। ਸੋ ਅਸਲ ਸੁਨੇਹਾ ਤਾਂ ਸਾਡੇ ਪ੍ਰੋਗਰਾਮ ਵਿੱਚੋਂ ਇਹੋ ਨਿਕਲਣਾ ਜੇ ਕਿ ਭਈ ਕੋਈ ਵੀ ਰੁਜ਼ਗਾਰ ਅਪਣਾਓ, ਬਹੁਤ ਵਧੀਆ ਜੇ, ਪਰ ਆਪਣੇ ਜਿਸਮ ਦੀ ਨੁਮਾਇਸ਼ ਨਾਲੋਂ ਜੇ ਤੁਸੀਂ ਆਪਣੇ ਦਿਮਾਗ ਦੀ ਵਰਤੋਂ ਕਰੋ, ਬਹੁਤ ਵਧੀਆ ਐਡਵੋਕੇਟ ਬਣੋ, ਬਹੁਤ ਚੋਟੀ ਦੇ ਜੱਜ ਬਣੋ, ਤਗੜੇ ਪੋਲੀਟੀਸ਼ੀਅਨ ਬਣੋ, ਉਹ ਤਾਕਤ ਵਿਖਾਓ ਮਾਨਸਿਕ, ਜਿਹੜੀ ਤੁਸੀਂ ਆਮ ਲੋਕ ਜਿਹਦੇ ਅੱਗੇ ਸਿਰ ਇੱਜ਼ਤ ਨਾਲ ਝੁਕਾ ਦੇਣ, ਉਹ ਜ਼ਿਆਦਾ ਬਿਹਤਰ ਹੁੰਦੀ ਜੇ। ਸੋ ਬੇਟੀਆਂ ਦੀ ਆਜ਼ਾਦੀ ਦਾ ਮਤਲਬ ਕਿਤੇ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਜਦੋਂ ਵਤਨੋਂ ਪਾਰ ਜਾਓ ਤੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਚੁੰਨੀ ਪਰਾਂ ਵਗਾ ਕੇ ਮਾਰਾਂਗੇ, ਸਾਡੀ ਆਜ਼ਾਦੀ ਸ਼ੁਰੂ ਹੋ ਜਾਏਗੀ। ਇਹ ਕੋਈ ਗਲਤ ਰਾਹ ਕਿਸੇ ਨੇ ਦੱਸ ਦਿੱਤਾ ਹੋਇਆ ਜੇ। ਸੋ ਰਾਹ ਤਾਂ ਉਹੀ ਰਹਿਣਾ ਕਿ ਆਪਣੀ ਲਿਆਕਤ ਨਾਲ ਜਦੋਂ ਹਕੂਮਤ ਕਰਨ ਲੱਗੋਗੀਆਂ ਤਾਂ ਵਾਕਈ ਮਾਈ ਭਾਗੋ ਬਣ ਕੇ ਨਿਤਰੋਗੀਆਂ। ਜਿਵੇਂ ਮੈਂ ਦੱਸਿਆ, ਮਾਂ ਚੰਡੀ ਦਾ ਰੂਪ ਹੋਏਗਾ, ਮਾਂ ਦੁਰਗਾ ਦਾ ਰੂਪ ਹੋਏਗਾ, ਉਹ ਹੋਏਗਾ ਅਸਲ ਇੱਜ਼ਤ, ਜਿੱਥੇ ਸਾਡੀਆਂ ਧੀਆਂ ਦੀ ਉਹ ਕਦੇ ਵੀ ਖੁਦਕੁਸ਼ੀਆਂ ਬਾਰੇ ਨਹੀਂ ਸੋਚਣਗੀਆਂ। ਉਹਨਾਂ ਕੋਲ ਏਮ ਹੋਏਗਾ ਕਿ ਮੈਂ ਅਗਾਂਹ ਵਧਣਾ, ਮੈਂ ਕੁਝ ਬਣ ਕੇ ਵਿਖਾਉਣਾ, ਮੈਂ ਸਮਾਜ ਵਿੱਚ, ਜੇ ਮਾਪਿਆਂ ਦੀ ਇੱਜ਼ਤ ਮੇਰੇ ਸਿਰ ਹੈ ਤਾਂ ਉਹ ਮੈਂ ਆਪਣੇ ਅਹੁਦੇ, ਰੁਤਬੇ, ਆਪਣੇ ਦਿਮਾਗ ਨਾਲ ਪਹੁੰਚਣਾ, ਨਾ ਕਿ ਮੈਨੂੰ ਸੀਮਤ ਕਰ ਦਿੱਤਾ ਜਾਣਾ ਕਿ ਫਲਾਣੇ ਰਿਸ਼ਤੇ ਵਿੱਚ ਬੰਨਣਾ, ਸਿਰਫ ਵਿਆਹ ਕਰਨ ਲਈ ਹੀ ਤੂੰ ਪੈਦਾ ਹੋਈ ਹੈ, ਤੇਰੀ 27 ਉਮਰ ਹੋ ਗਈ ਤਾਂ ਤੂੰ
ਵਿਆਹ ਨਾ ਕੀਤਾ ਤੇਰੇ ਨਾਲ ਮੁੜ ਕੇ ਕਿਸੇ ਦਾ ਹੋਣਾ ਨਹੀਂ, ਕਿਉਂ ਆਖਰ ਇਹ ਬੰਦਸ਼ਾਂ ਅਸੀਂ ਖਿਲਾ ਰਹੇ ਹਾਂ? ਕਿਉਂ ਇੱਕ ਬੇਟੀ ਲਈ ਇਹ ਲਾਜ਼ਮੀ ਹੋ ਜਾਂਦਾ ਕਿ ਇਹ ਕਿਸੇ ਦੀ ਗਰਲਫ੍ਰੈਂਡ ਹੀ ਬਣੇਗੀ ਤਾਂ ਹੀ ਜੀ ਇਹਦੀ ਔਕਾਤ ਜਾਂ ਬੁਕਤ ਬਣੇਗੀ? ਯਾਨੀ ਬਹੁਤ ਗਲਤ ਸੁਨੇਹੇ ਸਾਡੇ ਸਮਾਜ ਵਿੱਚ ਬੇਟੀਆਂ ਤੱਕ ਪਹੁੰਚਾਏ ਜਾ ਰਹੇ ਨੇ, ਜਿਨ੍ਹਾਂ ਨੂੰ ਸਹੀ ਰਾਹ ਦੇਣ ਲਈ ਸਭ ਤੋਂ ਪਹਿਲਾ ਰੋਲ ਘਰ ਦੇ ਵਿੱਚ ਮਾਂ ਦਾ ਹੁੰਦਾ ਜੇ। ਮਾਵਾਂ ਨੂੰ ਜਾਗਣਾ ਪੈਣਾ ਜੇ, ਫਿਰ ਆਪਾਂ ਗੱਲ ਸਮਾਜਿਕ ਪਾਸੇ ਨੂੰ ਤੋਰਾਂਗੇ ਜਾਂ ਫਿਰ ਮੀਡੀਆ ਉੱਤੇ ਉਂਗਲ ਚੱਕਾਂਗੇ। ਪਹਿਲਾਂ ਆਪਾਂ ਆਪਣਾ ਘਰ ਸਵਾਰੀਏ, ਫਿਰ ਅਗਾਂਹ ਤੁਰੀਏ ਤੇ ਜੀ ਸਮਾਜ ਉਸੇ ਦਿਨ ਠੀਕ ਹੋ ਜਾਏਗਾ। ਪਰ ਸਭ ਤੋਂ ਵੱਧ ਅਸਲ ਜਿੱਥੇ ਜ਼ੋਰ ਪਾਉਣ ਦੀ ਲੋੜ ਹੈ, ਆਪਣੇ ਪੁੱਤਰਾਂ ਨੂੰ ਸਿੱਖਿਆ ਦਈਏ ਜੋ ਇਹਨਾਂ ਬੇਟੀਆਂ ਵੱਲ ਮਾੜੀ ਅੱਖ ਪਾਉਣੀ ਛੱਡਣ। ਜੀ ਜੀ ਬਿਲਕੁਲ ਮੈਮ ਜਿਸ ਤਰੀਕੇ ਦੇ ਨਾਲ ਆਪਾਂ ਸ਼ੋਅ ਕਰ ਰਹੇ ਹਾਂ, ਬਹੁਤ ਸਾਰੇ ਦਰਸ਼ਕ ਨੇ ਜੋ ਆਪਣੇ ਸ਼ੋਅ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦੇਖ ਰਹੇ ਨੇ, ਸੁਣ ਰਹੇ ਨੇ। ਕਈਆਂ ਦੇ ਦਿਮਾਗਾਂ ਦੇ ਵਿੱਚ ਇਹ ਸਵਾਲ ਵੀ ਆ ਰਿਹਾ ਹੋਏਗਾ ਕਿ ਆਪਾਂ ਕੁੜੀਆਂ ਦੀ ਗੱਲ ਕਰ ਰਹੇ, ਆਪਾਂ ਧੀਆਂ ਦੀ ਗੱਲ ਕਰ ਰਹੇ, ਆਪਾਂ ਦੇਖ ਰਹੇ ਹਾਂ ਕਿ ਬੱਚੀਆਂ ਕਿਵੇਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ, ਜਾਂ ਆਪਾਂ ਕਹਿੰਦੇ ਆ ਕਿ ਸਮਾਜ ਦੇ ਵਿੱਚ ਬਹੁਤ ਘਰ ਐਸੇ ਨੇ ਜਿੱਥੇ ਕੁੜੀਆਂ ਤੇ ਨੂੰਹਾਂ ਤੇ ਮਾਵਾਂ ਤੇ ਧੀਆਂ ਤੇ ਤਸ਼ੱਦਦ ਹੁੰਦਾ ਹੈ। ਸਮਾਜ ਦੇ ਕਈ ਲੋਕ ਨੇ ਜੋ ਉਹਨਾਂ ਨੂੰ ਇੰਨੀ ਗੰਦੀ ਨਜ਼ਰ ਨਾਲ ਵੇਖਦੇ ਨੇ ਕਿ ਆਪਾਂ ਕਹਿੰਦੇ ਆ, ਜਿਵੇਂ ਪੰਜਾਬੀ 'ਚ ਆਪਾਂ ਵਰਤਦੇ ਆ ਕਿ ਆਪਾਂ ਕਈ ਵਾਰੀ ਕੁੜੀਆਂ ਨੂੰ ਸ਼ਰਮ ਆ ਜਾਂਦੀ ਹੈ ਕਿ ਸਾਹਮਣੇ ਵਾਲੇ ਦੀਆਂ ਅੱਖਾਂ ਹੀ ਸਾਨੂੰ ਸਕੈਨ ਕਰ ਦਿੰਦੀਆਂ ਨੇ। ਤਾਂ ਉੱਥੇ ਹੀ ਕਈ ਲੋਕਾਂ ਦੇ ਮਨਾਂ 'ਚ ਇਹ ਵੀ ਆਉਂਦਾ ਹੋਏਗਾ ਕਿ ਜੇ ਅਸੀਂ ਇੱਥੇ ਕੁੜੀਆਂ ਦੀ ਸਪੋਰਟ ਕਰ ਰਹੇ ਹਾਂ ਤਾਂ ਸਮਾਜ ਦੇ ਵਿੱਚ, ਅਦਾਰਿਆਂ ਦੇ ਵਿੱਚ, ਜਿਵੇਂ ਮੈਂ ਆਪਣੀ ਗੱਲ ਕਰ ਲਵਾਂ ਮੀਡੀਆ ਦੇ ਵਿੱਚ, ਤੁਸੀਂ ਡਾਕਟਰੀ ਲਾਈਨ ਦੇ ਵਿੱਚ, ਹੋਰ ਬਹੁਤ ਸਾਰੇ ਅਦਾਰੇ ਨੇ, ਕਈ ਕੁੜੀਆਂ ਅਜਿਹੀਆਂ ਹੁੰਦੀਆਂ ਨੇ ਜੋ ਕਿਸੇ ਦੇ ਮੋਢਿਆਂ ਤੇ ਧਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਨੇ। ਉਹ ਹੁੰਦੀਆਂ ਨੇ ਜੋ ਆਪਣੀਆਂ ਹੀ ਨਾਲ ਦੀਆਂ ਨੂੰ ਅੱਗੇ ਨਹੀਂ ਵਧਣ ਦਿੰਦੀਆਂ, ਜਾਂ ਉਹ ਹੁੰਦੀਆਂ ਨੇ ਜੋ, ਜਿਵੇਂ ਆਪਾਂ ਗੱਲ ਕੀਤੀ, ਜੇ ਬੌਸ ਉਹਨੂੰ ਯੂਜ਼ ਕਰਨ ਦੀਆਂ ਗੱਲਾਂ ਕਰਦਾ ਤਾਂ ਉਹ ਖੁਦ ਯੂਜ਼ ਹੋਣਾ ਵੀ ਚਾਹੁੰਦੀ ਹੈ ਤਾਂ ਕਿ ਮੈਂ ਅੱਗੇ ਵਧ ਸਕਾਂ। ਇਹ ਸੱਚਾਈ ਹੈ ਜੋ ਜਿਸ ਤੇ ਵੀ ਗੱਲ ਕਰਨੀ ਬਣਦੀ ਆ। ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ। ਮੈਂ ਉਡੀਕ ਹੀ ਰਹੀ ਸੀ ਵੀ ਨਵਦੀਪ ਜੀ ਉਸ ਦੁੱਖ ਦੀ ਰਗ ਤੇ ਵੀ ਜ਼ਰੂਰ ਉਂਗਲ ਪਾਣ ਜਿੱਥੇ ਮੈਂ ਜ਼ਿਕਰ ਕਰਾਂ, ਕਿਉਂਕਿ ਇਹ ਕੋਈ ਪਹਿਲਾਂ ਹੁੰਦੀਆਂ ਸਨ ਜਦੋਂ ਗੱਲ ਕਰਦੇ ਸਾਂ 2% ਦੀ। ਅਫਸੋਸ ਨਾਲ ਕਹਿਣਾ ਪੈਂਦਾ ਕਿ 15%, 2 ਤੋਂ 15% ਤੱਕ ਵੱਧ ਜਾਣਾ ਉਹਨਾਂ ਔਰਤਾਂ ਦਾ ਜਿਹੜੀਆਂ ਆਪਣੀ ਹੀ ਜਿਨਸ ਨੂੰ ਨਾ ਸਿਰਫ ਭੰਡਦੀਆਂ ਨੇ ਬਲਕਿ ਉਹਨਾਂ ਨੂੰ ਪ੍ਰਮੋਟ ਵੀ ਕਰਦੀਆਂ ਨੇ। ਹੁਣ ਤਾਂ ਡਰੱਗ ਲਾਰਡਸ ਦੇ ਵਿੱਚ ਵੀ ਉਹ ਬੇਟੀਆਂ ਨੂੰ ਫਸਾਉਣ ਵਿੱਚ ਉਹ ਬਰਾਬਰ ਸ਼ਮੂਲੀਅਤ ਕਰਨ ਲੱਗ ਪਈਆਂ ਨੇ। ਬਹੁਤ ਸਾਰੇ ਕੇਸਾਂ ਵਿੱਚ ਮਨੁੱਖੀ ਤਸਕਰੀ ਵਿੱਚ ਉਹ ਰੋਲ ਅਦਾ ਕਰ ਰਹੀਆਂ ਨੇ। ਇੱਥੋਂ ਤੱਕ ਕਿ ਆਪਣੇ ਨਾਲ ਦੀਆਂ ਨੂੰ, ਜੋ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਉਸ ਰੇਸ ਵਿੱਚ ਸ਼ਾਮਲ, ਕਿ ਉਹ ਅਗਾਂਹ ਲੰਘਣ ਦੀ ਦੌੜ 'ਚ ਦੂਸਰੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰਾ ਪੱਤਾ ਕਦੋਂ ਕੱਟਿਆ ਗਿਆ ਤੇ ਕਿਸਨੇ ਕੱਟਿਆ, ਤੇ ਉਹ ਕਿਵੇਂ ਆਪਣੇ ਸਿਰਫ ਪੋਜ਼ਿਟਿਵ ਨੰਬਰ ਬਣਾਉਣ ਲਈ ਦੂਜਿਆਂ ਦੀ ਛੋਟੀ ਲਾਈਨ ਕਰਨ ਵਿੱਚ ਆਪਣੀ ਜਿਨਸ ਵਾਲੀਆਂ ਨੂੰ ਕਿਸ ਤਰੀਕੇ ਖਤਮ ਕਰ ਜਾਂਦੀਆਂ ਨੇ। ਇਹ ਵੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਸਗੋਂ ਇੱਕ ਹੋਰ ਪੱਖ ਸਾਹਮਣੇ ਧਰਨਾ ਚਾਹੁੰਦੀ ਹਾਂ ਕਿ ਜਦੋਂ ਅਹੁਦੇ ਉੱਚੇ ਉੱਤੇ ਔਰਤ ਆ ਜਾਏ, ਮਿਸਾਲ ਵਜੋਂ ਕਿਸੇ ਅਜਿਹੇ ਰੁਤਬੇ ਤੇ ਜਿੱਥੇ ਉਸ ਕੋਲ ਫੁੱਲ ਤਾਕਤ ਹੋਵੇ, ਕਰ ਸਕਦੀ ਹੋਵੇ, ਇਹ ਵੀ ਵੇਖਣ ਵਿੱਚ ਆਇਆ ਕਿ ਉਸ ਰੁਤਬੇ ਵਿੱਚ ਪਹੁੰਚ ਕੇ ਔਰਤ ਮਰਦ ਵਾਂਗ ਹੀ ਇੱਕ ਤਰੀਕੇ ਉਹ ਅਭਿਨੈ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹਦੇ ਅੰਦਰ ਉਹਦੇ ਹਾਰਮੋਨਲ ਚੇਂਜਸ ਆ ਜਾਂਦੀਆਂ ਨੇ। ਉਹ ਬਿਲਕੁਲ ਉਸੇ ਤਰ੍ਹਾਂ ਸਗੋਂ ਬਜਾਏ ਕਿ ਔਰਤ ਪ੍ਰਤੀ ਸੁਹਿਰਦ ਹੋਵੇ, ਬਹੁਤ ਮਾੜੀ ਸ਼ਬਦਾਵਲੀ ਨਾਲ ਸੰਬੋਧਨ ਵੀ ਕਰਦੀ ਹੈ ਔਰਤ ਨੂੰ, ਬਹੁਤ ਅਸ਼ਲੀਲ ਸ਼ਬਦ ਵੀ ਵਰਤ ਜਾਂਦੀ ਜੇ, ਤੇ ਇਸੇ ਤਰ੍ਹਾਂ ਹੀ ਉਹ ਮਰਦ ਜ਼ਾਤ ਨੂੰ ਵੀ ਜ਼ਲੀਲ ਕਰਦੀ ਜੇ। ਮੈਂ ਨਾਮ ਲਏ ਬਗੈਰ ਦੱਸਦੀ ਹਾਂ, ਅਸੀਂ ਗਏ ਸਾਂ ਮੀਟਿੰਗ ਤੇ ਇੱਕ ਬੜੇ ਸੀਨੀਅਰ IAS ਆਫਿਸਰ ਕੋਲ। ਜਿਸ ਤਰੀਕੇ ਉਹ ਲੇਡੀ ਸਨ, ਜਿਸ ਤਰੀਕੇ ਉਹਨਾਂ ਨੇ ਬੁਲਾਣਾ ਸਾਨੂੰ ਸ਼ੁਰੂ ਕੀਤਾ, ਕਿਉਂਕਿ ਅਸੀਂ ਡਾਕਟਰ ਸਾਂ ਸਾਰੇ, ਕਲਾਸ 1 ਆਫਿਸਰ, ਤੇ ਜਿਵੇਂ ਜ਼ਲਾਲਤ ਨਾਲ ਉਹਨਾਂ ਨੇ ਸਾਨੂੰ ਖੜੀ ਹੋ ਕਿਉਂ ਬੈਠ ਰਹੀ ਹੈ ਤੂੰ, ਤੈਨੂੰ ਮਤਲਬ ਇਸ ਤਰੀਕੇ ਦੇ ਕਿ ਮੈਂ ਸ਼ਬਦ ਬੋਲਣੇ ਵੀ, ਕਿਉਂਕਿ IAS ਆਫਿਸਰ ਨੂੰ ਇੰਨੀ ਕੁ ਤਹਿਜ਼ੀਬ ਹੁੰਦੀ ਜੇ ਕਿਸ ਤਰ੍ਹਾਂ ਬੋਲਣਾ ਹੈ, ਪਰ ਜਿਵੇਂ ਉਹ ਭੁੱਲ ਜਾਂਦੇ ਨੇ ਕਿ ਕੁਛ ਤਹਿਜ਼ੀਬ ਵਰਗੀ ਚੀਜ਼ ਵੀ ਹੁੰਦੀ ਜੇ। ਇਹ ਅਹੁਦੇ ਦਾ ਮੈਂ ਸਿਰਫ ਇੱਕ ਦੀ ਗੱਲ ਨਹੀਂ ਕਰ ਰਹੀ, ਸਟੱਡੀ ਆ ਚੁੱਕੀ ਹੋਈ ਹੈ ਕਿ ਬਹੁਤ ਉੱਚੇ ਰੁਤਬੇ ਤੇ ਪਹੁੰਚ ਕੇ ਜਿਵੇਂ ਕਹਿੰਦੇ ਨੇ ਨਾ, ਕੁਰਸੀ ਧੌਣ ਦੇ ਵਿੱਚ ਕੁਛ ਨਾ ਕੁਛ ਖਰਾਬੀ ਕਰ ਜਾਂਦੀ ਹੈ। ਕੋਈ ਵੀ ਜਿਹੜਾ
ਕਿਸੇ ਅਹੁਦੇ ਤੇ ਪਹੁੰਚੇ ਉਹ ਇਸੇ ਤਰੀਕੇ ਬਣ ਜਾਂਦਾ। ਸੋ ਉਹ ਮਰਦ ਤੇ ਔਰਤ ਦੋਨਾਂ ਤੇ ਲਾਗੂ ਹੁੰਦਾ ਜੇ ਕਿ ਅਸੀਂ ਉਮੀਦ ਕਰਦੇ ਹਾਂ ਔਰਤ ਬਹੁਤ ਉੱਚੇ ਰੁਤਬੇ ਤੇ ਪਹੁੰਚੀ, ਸ਼ਾਇਦ ਔਰਤਾਂ ਪ੍ਰਤੀ ਸੁਹਿਰਦ ਹੋਏਗੀ, ਕੋਈ ਚੰਗੇ ਕੰਮ ਕਰ ਜਾਏਗੀ, ਪਰ ਇਹੋ ਜਿਹਾ ਬਹੁਤ ਵਿਰਲੀ ਥਾਂ ਤੇ ਹੀ ਦਿਸਦਾ ਜੇ। ਉਸ ਅਹੁਦੇ ਤੇ ਪਹੁੰਚ ਕੇ ਵੀ ਬਹੁਤੀ ਵਾਰ ਇਹੀ ਦੇਖਣ ਵਿੱਚ ਆਇਆ ਕਿ ਮਰਦ ਭਾਵੇਂ ਸੁਹਿਰਦ ਹੋ ਜਾਵੇ, ਔਰਤਾਂ ਪ੍ਰਤੀ ਕੁਝ ਚੰਗਾ ਕਰ ਜਾਵੇ, ਔਰਤ ਘੱਟ ਹੀ ਕਰਦੀ ਜੇ। ਜੀ ਬਿਲਕੁਲ। ਤੇ ਮੈਮ ਤੁਹਾਡਾ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਜੋ ਤੁਹਾਡੇ ਵੱਲੋਂ ਸੁਨੇਹੇ ਆਏ ਹੁੰਦੇ ਨੇ, ਜੋ ਤੁਹਾਡੇ ਵੱਲੋਂ ਸੁਝਾਅ ਦਿੱਤੇ ਗਏ ਹੁੰਦੇ ਨੇ, ਉਹਨਾਂ ਤੇ ਹੀ ਜ਼ਿਕਰ ਕੀਤਾ ਜਾਵੇ, ਉਹਨਾਂ ਟੌਪਿਕਸ ਨੂੰ ਇਸ ਸ਼ੋਅ ਦੇ ਵਿੱਚ ਲਿਆ ਜਾਵੇ। ਜਿਵੇਂ ਅੱਜ ਦਾ ਇਹ ਸ਼ੋਅ ਸੀਗਾ ਕਿ ਕਿਸ ਤਰੀਕੇ ਦੇ ਨਾਲ ਕੁੜੀਆਂ ਡਿਪਰੈਸ਼ਨ 'ਚ ਜਾਂਦੀਆਂ ਨੇ, ਕਿਵੇਂ ਉਹਨਾਂ ਨੂੰ ਵਰਗਲਾ ਲਿਆ ਜਾਂਦਾ ਹੈ, ਕਿਵੇਂ ਉਹ ਕੁਰਾਹੇ ਪੈ ਜਾਂਦੀਆਂ ਨੇ, ਤੇ ਉਹਨਾਂ ਕੁੜੀਆਂ ਦਾ ਵੀ ਜ਼ਿਕਰ ਹੋਇਆ ਜੋ ਆਪਣੀਆਂ ਬਦਲੀਆਂ ਦੇ ਲਈ, ਜੋ ਆਪਣੇ ਉੱਚੇ ਮੁਕਾਮ ਤੇ ਜਾਣ ਦੇ ਲਈ ਮਰਦਾਂ ਦਾ ਵੀ ਇਸਤੇਮਾਲ ਕਰਦੀਆਂ ਨੇ, ਕਿਉਂਕਿ ਗੱਲ ਉਹਨਾਂ ਦੀ ਵੀ ਕਰਨੀ ਬਣਦੀ ਹੁੰਦੀ ਹੈ। ਅਸੀਂ ਕਦੇ ਵੀ ਇੱਕ ਰਾਏ ਜਾਂ ਇੱਕ ਪੱਖ ਨਹੀਂ ਰੱਖਦੇ, ਅਸੀਂ ਦੋਨੋਂ ਪੱਖ ਬਰਾਬਰ ਲੈ ਕੇ ਚੱਲਦੇ ਹਾਂ ਕਿ ਬਹੁਤ ਘੱਟ ਅਜਿਹੇ ਉਹ ਲੋਕ ਹੁੰਦੇ ਨੇ। ਸੋ ਤਾਂ ਹੀ ਮੈਂ ਕਿਹਾ ਕਿ ਬਹੁਤ ਸਾਰੇ ਲੋਕ ਸਾਨੂੰ ਸਕਰੀਨ ਤੇ ਵੇਖ ਰਹੇ ਹੋਣਗੇ, ਉਹ ਕਹਿੰਦੇ ਹੋਣਗੇ ਵੀ ਸਾਰਾ ਇਲਜ਼ਾਮ ਮਰਦ ਪ੍ਰਧਾਨ ਸਮਾਜ ਤੇ ਹੀ ਲਾਇਆ ਜਾਂਦਾ, ਤਾਂ ਅਸੀਂ ਇਲਜ਼ਾਮ ਨਹੀਂ ਲਾਉਂਦੇ। ਬਹੁਤ ਕੇਸਿਸ ਅਜੀਬੋ ਗਰੀਬ ਤਰੀਕੇ ਦੇ ਅੱਜ ਕੱਲ੍ਹ ਸਮਾਜ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ, ਜਿਨ੍ਹਾਂ ਤੇ ਗੱਲਬਾਤ ਕਰਨੀ ਬਣਦੀ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਇਸ ਬਾਰੇ ਸਾਨੂੰ ਜ਼ਰੂਰ ਦੱਸਣਾ। ਤੁਹਾਡਾ ਵਿਚਾਰ ਸਾਡੇ ਲਈ ਬੇਹੱਦ ਮਾਇਨੇ ਰੱਖਣਾ ਹੈ। ਆਪਣੇ ਸੁਝਾਅ ਦੇ ਲਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨਾ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।